ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ। ਬਲ ਸ੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ। ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ। ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ। ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ। ਬੰਦੋ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ। ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ। ਸਿਰ ਚਰਨਨ ਪਰ ਧਾਰ ਏਕ ਓੰਕਾਰ ਸਤਿਗੁਰੂ। ਤਿਨ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਬਰ ਬਾਤਾਂ ਤਿਆਗ ਕੇ ਕਾਲੂ ਬਹੁਰੇ ਅਲਾਏ। ਕਹਿਆ ਮਾਨ ਘਰ ਕਉ ਚਲੋ ਫਿਰ ਆਏ ਬਹੁ ਥਾਏ। ਬਾਬਰ ਬਾਤਾਂ ਤਿਆਗ ਕੇ ਕਾਲੂ ਬਹੁਰੇ ਅਲਾਏ। ਕਹਿਆ ਮਾਨ ਘਰ ਕੋ ਚਲੋ ਫਿਰ ਆਏ ਬਹੁ ਥਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਦੀਨਾਨਾਥ ਅੰਤਰਜਾਮੀ ਸਮੁੱਚੀ ਮਾਨਵਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨ ਕਿਰਪਾ ਦੇ ਸਦਕਾ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਜੀ ਵਿਖੇ ਸ਼ਾਮਾਂ ਵੇਲੇ ਦੇ ਸੰਧਿਆ ਦੇ ਅੰਮ੍ਰਿਤਮਈ ਦੀਵਾਨ ਸੱਜੇ। ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਾਰਤਾ ਦਾ ਸਮਾਂ ਪ੍ਰਾਪਤ ਹੋ ਰਿਹਾ। ਸੋ ਆਓ ਗੁਰੂ ਕੇ ਸਿੱਖੋ ਜਿਤਨੇ ਮਾਈ ਭਾਈ ਜਿੱਥੋਂ ਤੱਕ ਵੀ ਆਵਾਜ਼ ਸਰਵਣ ਹੁੰਦੀ ਆਪਾਂ ਸਾਰੇ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੰਮ੍ਰਿਤ ਰੂਪੀ ਜਸ ਨੂੰ ਸੁਣ ਕੇ ਆਪ ਦੇ ਜੀਵਨ ਦੇ ਤਮਾਮ ਦੁੱਖਾਂ ਨੂੰ ਹਰਨ ਕਰ ਲਈਏ। ਸੁੱਖਾਂ ਦੇ ਖਜ਼ਾਨੇ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣੀਏ। ਸੋ ਜਿਸ ਤਰ੍ਹਾਂ ਅਸੀਂ ਪਿਛਲੇ ਦੀਵਾਨਾਂ ਵਿੱਚ ਸ਼ਰਵਣ ਕਰ ਰਹੇ ਸਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਦੇ ਪਿੰਡ ਤਲਵੰਡੀ ਵਿਖੇ ਪਹੁੰਚੇ ਨੇ, ਪਰ ਘਰ ਨਾ ਗਏ। ਬਾਹਰ ਬਾਬਾ ਚੰਦਰਭਾਨ ਜੀ ਦੇ ਖੂਹ 'ਤੇ ਬੈਠੇ ਰਹੇ। ਮਾਤਾ ਜੀ ਨੂੰ ਪਤਾ ਲੱਗਾ, ਮਾਤਾ ਜੀ ਉੱਥੇ ਗਏ ਮਿਲਣੇ ਵਾਸਤੇ। ਫਿਰ ਪਿੱਛੋਂ ਪਤਾ ਲੱਗਾ ਸਾਰੇ ਸੰਬੰਧੀਆਂ ਨੂੰ। ਬਾਬਾ ਕਲਿਆਣ ਦਾਸ ਵੀ ਘੋੜੇ 'ਤੇ ਚੜ੍ਹ ਕੇ ਆਏ।
ਹੋਰ ਜਿतਨੇ ਵੀ ਬੇਦੀਆਂ ਦੇ ਕੁਲ ਦੇ ਮਨੁੱਖ ਨੇ, ਨਰ ਨਾਰੀਆਂ ਨੇ, ਸਭ ਉੱਥੇ ਇਕੱਤਰ ਹੋਏ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਣੇ ਵਾਸਤੇ। ਤੇ ਮਾਂ ਨੇ ਆਖਿਆ ਹੈ, ਇਹ ਪੁੱਤਰ ਨਾਨਕ ਕੁਛ ਭੋਜਨ ਛਕ ਲੈ, ਕਿਉਂਕਿ ਬੜਾ ਲੰਮਾ ਸਮਾਂ ਹੋ ਗਿਆ ਮੈਂ ਆਪਦੇ ਪੁੱਤਰ ਨੂੰ ਆਪਦੇ ਹਸਤਾਂ ਨਾਲ ਭੋਜਨ ਨਹੀਂ ਛਕਾਇਆ ਹੈ। ਹੁਣ ਤੁਸੀਂ ਮੇਰਾ ਪਕਾਇਆ ਹੋਇਆ ਭੋਜਨ ਛਕੋ, ਜਿਸ ਕਰਕੇ ਮੈਨੂੰ ਸਾਰੀਆਂ ਖੁਸ਼ੀਆਂ ਮਿਲ ਜਾਣਗੀਆਂ, ਮੈਂ ਆਨੰਦ ਚਿੱਤ ਪ੍ਰਸੰਨ ਹੋਵਾਂਗੀ। ਪਰ ਸਤਿਗੁਰੂ ਜੀ ਕਹਿਣ ਲੱਗੇ, ਮਾਤਾ ਜੀ ਅਸੀਂ ਤਾਂ ਰੱਜੇ ਹੋਏ ਹਾਂ, ਸਾਨੂੰ ਭੁੱਖ ਨਹੀਂ ਹੈ। ਬਾਪ ਨੇ ਕਿਹਾ, ਐਸਾ ਕੀ ਖਾ ਲਿਆ ਪੁੱਤਰ ਜੋ ਤੈਨੂੰ ਭੁੱਖ ਨਹੀਂ ਲੱਗਦੀ ਹੈ? ਸਤਿਗੁਰਾਂ ਨੇ ਕਿਹਾ ਵੀ ਇੱਕੋ ਵਾਰੀ ਅਸੀਂ ਨਾਮ ਦਾ ਰਸ ਚੱਖਿਆ ਹੈ, ਹੁਣ ਸਰੀਰ ਦੀਆਂ ਸਾਰੀਆਂ ਭੁੱਖਾਂ ਤਰੇਹਾਂ ਸਾਡੀਆਂ ਮਿਟ ਗਈਆਂ ਨੇ। ਬਾਬਾ ਹੋਰ ਖਾਣਾ ਖੁਸ਼ੀ ਖਵਾ, ਜਿਤ ਖਾਧਾ ਤਨ ਪੀੜੀਆਂ ਮਨ ਮਹਿ ਚਲੇ ਵਿਕਾਰ। ਹੋਰ ਖਾਣਾ ਆਪ ਦੇ ਮਨ ਨੂੰ ਬੇਸ਼ੱਕ ਖੁਸ਼ ਕਰਨਾ ਹੈ, ਪਰ ਉਹ ਖਾਣੇ ਕਰਕੇ ਤਨ ਰੋਗੀ ਹੋ ਜਾਏਗਾ, ਮਨ ਵਿਕਾਰੀ ਹੋ ਜਾਏਗਾ। ਇਸ ਵਾਸਤੇ ਇਹ ਪਿਤਾ ਜੀ ਮੈਂ ਭੋਜਨ ਨਹੀਂ ਛਕਣਾ। ਫਿਰ ਮਾਤਾ ਜੀ ਨੇ ਆਖਿਆ, ਅੱਛਾ ਪੁੱਤਰ ਆਹ ਜਿਹੜਾ ਤੂੰ ਚੋਲਾ ਪਾਇਆ ਹੋਇਆ ਹੈ ਇਹ ਤਿਆਗ ਦੇ, ਹੁਣ ਇਹ ਤੈਨੂੰ ਨਹੀਂ ਜੱਚਦਾ ਹੈ, ਫੱਬਦਾ ਨਹੀਂ ਤੈਨੂੰ ਹੈ। ਤੂੰ ਫਕੀਰਾਂ ਵਾਲਾ ਲਿਬਾਸ ਉਤਾਰ ਕੇ ਤੇ ਤੁਸੀਂ ਚੰਗੇ ਭਾਲੇ ਖੱਤਰੀਆਂ ਦੇ ਕੁਲ ਦੇ ਮਹਾਨ ਪੁੱਤਰ ਹੋ, ਇਸ ਵਾਸਤੇ ਤੁਹਾਨੂੰ ਸੋਹਣੇ ਚੰਗੇ ਕੱਪੜੇ ਚੰਗੇ ਲੱਗਦੇ ਹੈ, ਇਹ ਤੁਹਾਨੂੰ ਜੱਚਦੇ ਨਹੀਂ ਹੈ, ਇਹ ਤਿਆਗ ਦਿਓ ਤੁਸੀਂ। ਫਿਰ ਸਤਿਗੁਰੂ ਜੀ ਨੇ ਕਿਹਾ ਕਿ ਮਾਤਾ ਜੀ ਅਸੀਂ ਵਸਤਰ ਵੀ ਪਹਿਨੇ ਹੋਏ ਨੇ। ਤਾਂ ਮਾਤਾ ਜੀ ਬਾਪ ਹੈਰਾਨ ਹੋ ਗਏ, ਸਾਰੇ ਲੋਕ ਵੀ ਦੇਖਦੇ ਪਏ ਨੇ ਕਿ ਸਤਿਗੁਰੂ ਕਿਹੋ ਜਿਹੀਆਂ ਗੱਲਾਂ ਕਰ ਰਹੇ ਨੇ। ਔਰ ਸਤਿਗੁਰੂ ਜੀ ਦੀ ਅੰਤਰਯਾਮਤਾ, ਅੰਤਰ ਦੀਆਂ ਗੱਲਾਂ ਉਹ ਖੁਦ ਹੀ ਜਾਣਦੇ, ਕੌਣ ਸਮਝ ਸਕਦਾ ਹੈ? ਸਤਿਗੁਰੂ ਦੀ ਲੀਲਾ ਉਹ ਮਹਾਰਾਜ ਆਪ ਹੀ ਸਮਝ ਸਕਦੇ ਨੇ। ਫਿਰ ਆਖਿਆ ਹੈ ਕਿ ਅਸੀਂ ਪ੍ਰਭੂ ਦੇ ਨਾਮ ਵਿੱਚ ਰਤੇ ਹਾਂ, ਜੋ ਉਹ ਅਸੀਂ ਲਾਲ ਰੰਗ ਦੇ ਵਸਤਰ ਪਹਿਨੇ ਹੋਏ ਨੇ। ਜਿਹੜਾ ਨਾਮ ਆਪ ਜਪਣਾ ਹੋਰਨਾਂ ਦੇ ਤਾਈਂ ਜਪਾਉਣਾ, ਇਹ ਚਿੱਟੇ ਰੰਗ ਦੇ ਵਸਤਰ ਨੇ ਸਾਡੇ। ਫਿਰ ਕਿਹਾ ਕਿ ਮਾਤਾ ਜੀ ਜਿਹੜੇ ਅਸੀਂ ਬੁਰੇ ਕਰਮਾਂ ਨੂੰ, ਸੋ ਦੁਸ਼ਟ ਕਰਮਾਂ ਨੂੰ ਤਿਆਗਣਾ ਹੈ, ਇਹ ਨੀਲੇ ਵਸਤਰ ਨੇ ਸਾਡੇ। ਤਾਂ ਉਹ ਫਿਰ ਇਹ ਗੱਲ ਕਹਿ ਦਿੱਤੀ, ਬਾਬਾ ਹੋਰ ਪਹਿਰਨ ਖੁਸ਼ੀ ਖੁਆਰ, ਜਿਤ ਪਹਿਲ ਹੈ ਤਨ ਪੀੜੀ ਹੈ ਮਨ ਮਹਿ ਚਲੇ ਵਿਕਾਰ। ਹੋਰ ਪਹਿਨਣਾ ਖੁਸ਼ੀ ਖੁਆਰ, ਜੋ ਮਨ ਕਰਕੇ ਅਸੀਂ ਕੁਛ ਵੀ ਕਰਦੇ ਹਾਂ। ਜ਼ਰੂਰੀ ਨਹੀਂ ਹਰ ਕੋਈ ਮਨ ਦੀ ਇੱਛਾ ਸੁਖੀ ਕਰੇ, ਅੰਤ ਦੁਖਦਾਈ ਹੈ। ਹੁਣ ਸਤਿਗੁਰੂ ਜੀ ਨੂੰ ਬਾਪ ਇਹੋ ਜਿਹੀਆਂ ਗੱਲਾਂ ਕਰਦਿਆਂ ਹੋਇਆਂ ਦੇਖ ਕੇ ਗੁੱਸੇ ਵਿੱਚ ਆ ਗਏ, ਕਿਉਂਕਿ ਬਾਪ ਦਾ ਸੁਭਾਅ ਹੈ, ਹੱਦ ਹੁੰਦੀ ਹੈ ਕੋਈ ਗੱਲਾਂ ਦੀ, ਉਹਨਾਂ ਦੀਆਂ ਗੱਲਾਂ ਸਿਰ ਤੋਂ ਲੰਘਦੀਆਂ ਜਾ ਰਹੀਆਂ ਨੇ। ਸਤਿਗੁਰਾਂ ਦੇ ਬਚਨ ਕੁਝ ਸਮਝ ਵਿੱਚ ਨਹੀਂ ਆ ਰਹੇ ਉਹਨਾਂ ਦੇ। ਤਾਂ ਹੁਣ ਬਾਪ ਗੁੱਸੇ ਨਾਲ ਸਤਿਗੁਰਾਂ ਨੂੰ ਕਿਵੇਂ ਝਿੜਕਦੇ ਹੈ, ਉਹ ਵਾਰਤਾ ਬੜੇ ਪ੍ਰੇਮ ਨਾਲ ਸ਼ਰਵਣ ਕਰਨ ਦਾ ਯਤਨ ਕਰੀਏ। ਇੱਕ ਦਫਾ ਮਿਲ ਕੇ ਸਾਰੀ ਸੰਗਤ ਸਤਿਗੁਰਾਂ ਦੇ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਯਾਦ ਕਰੀਏ, ਪ੍ਰੇਮ ਨਾਲ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬਾਵਰ ਬਾਤੈ ਤਿਆਗ ਕੈ, ਕਾਲੂ ਬਹੁਰ ਅਲਾਏ। ਬਾਬਾ ਕਲਿਆਣ ਦਾਸ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਇਹੋ ਜਿਹੀਆਂ ਗੱਲਾਂ ਕਰਦਿਆਂ ਦੇਖ ਕੇ ਤਾਂ ਗੁੱਸੇ ਵਿੱਚ ਕਹਿੰਦੇ ਕਿ ਇਹ ਕਮਲਿਆਂ ਵਾਲੀਆਂ ਗੱਲਾਂ, ਮੂਰਖਾਂ ਵਾਲੀਆਂ ਗੱਲਾਂ, ਸੋ ਇਹ ਸੁਦਾਈਆਂ ਵਾਲੀਆਂ ਜੋ ਗੱਲਾਂ ਤੁਸੀਂ ਕਰ ਰਹੇ ਹੋ ਨਾ, ਇਹ ਗੱਲਾਂ ਛੱਡ ਦਿਓ। ਹੁਣ ਇਹ ਗੱਲਾਂ ਤੁਹਾਨੂੰ ਜੱਜਦੀਆਂ ਨਹੀਂ ਹੈ। ਹੁਣ ਤੁਸੀਂ ਯੁਵਾ ਅਵਸਥਾ ਵਿੱਚ ਆ ਗਏ ਹੋ, ਜਵਾਨ ਹੋ ਗਏ ਹੋ। ਚਲੋ ਪਹਿਲੇ ਬੱਚੇ ਸੀ ਉਦੋਂ ਚੱਲ ਜਾਂਦਾ ਸੀ, ਹੁਣ ਨਹੀਂ ਚੱਲੇਗਾ ਤੁਹਾਡਾ ਇਹ ਗੱਲਾਂ ਦਾ ਸੁਭਾਅ ਸਾਰਾ। ਕਹਿਣ ਲੱਗੇ ਇਹ ਗੱਲਾਂ ਹੁਣ ਛੱਡ ਦੇ, ਹੁਣ ਚੁੱਪ ਕਰਕੇ ਸਾਡੇ ਨਾਲ ਕਹਿਆ ਮਾਨ ਕੇ ਘਰ ਚੱਲੋ, ਫਿਰ ਆਏ ਬਹੁਤ ਆਏ। ਕਹਿਣ ਲੱਗੇ ਬਹੁਤ ਫਿਰ ਆਏ ਹੋ ਤੁਸੀਂ,
बड़ा लम्मा पैंडा कर आए हो, हुण बहुत ज़्यादा खजल खुआर हो आए हो, हुण चुप करके घर चलो साडे नाल, हुण नहीं तुहानूं किधरे जाण देवांगे। बाप ने गुस्से नाल सतगुरां नूं आखिया, चौपई रहो धाम कीजै बिसरामू। कह लगे हुण तुसीं बहुत ज़्यादा फिर आए हो, हुण बहुत ज़्यादा आवारागर्दी कर आए हो, हुण तुसीं घर विश्राम करो, हुण तुसीं किधरे जाण की तुहानूं जरूरत नहीं है, हुण चुप करके ते आप दे घर दे कामां वल ध्यान दिओ, हुण ना किधरे जाओ तुसीं। बाप ने गुस्से नाल थोड़ा झिड़किया, जा मन को न लीजै नामू। हुण जान का नाम नहीं लैना मुड़ के, हुण नहीं मुड़ के कहना भी मैं किधरे जाना है, अगे तुहानूं आग्या दे दित्ती है, बड़ा पछताए सां, हुण नहीं तुहानूं जाण देवांगे किधर। चुप करके हुण घर चलो। सुन बाजन पर आरूढ़त हो बहो। आ घोड़ा तुहाडे वास्ते लिआंदा है, ये घोड़े ते सवारी करो, ਇਹ ਤੁਹਾਡੇ वास्ते ही है सारा कुछ। घर जाके देखो, घर महल माड़ियां बनाइया ने ਤੁਹਾਡੇ ਤੋਂ ਬਾਅਦ, फिर असी घोड़े रखे हुए ने, ਇਹ सारा कुछ ਤੁਹਾਡੇ वास्ते असी रखिया है, तुसी हुण घर चलो। आ इराकी घोड़ा ਤੁਹਾਡੇ वास्ते लिआंदा है, इस ते तुसी असवारी करो। चरण चलन श्रम सब ही खूब हो। मैनूं पता है पुत्र तुसी बहुत थके होवोगे, तुसी नंगे पैरी आए हो, तुहाडे पैरों में जोड़ा भी नहीं है, मैनूं लगदा तुसी बड़े थके होवोगे, क्योंकि तुहाडे कोल तां कोई असवारी भी नहीं सी। इस वास्ते हुण घोड़े ते चढ़ के आपदी सारी थकान दूर कर लवो। सुन श्री नानक बैन उचारे। सुन करके ना दीन दुनिया दे वाली सतगुरु महाराज गुरु नानक साहिब जी आप जी के बाप नूं संबोधन करते, यह बाजन नह काज हमारे। ऐ पिता जी, ऐ घोड़े घोड़ियां सवारियां साडे किहड़े काम है, ऐ साडे कारज वास्ते नहीं है, ऐ घोड़े असी की करांगे सवार हो के। सुंदर सदा रहत जो संगा। कह लगे असी निता प्रति सुंदर जिहड़ा साडा शरीर रूपी घोड़ा है, सो ये सदा साडे नाल रहिंदा है, सानूं इन्हां घोड़ियां की जरूरत नहीं है, साडे कोल सुंदर स्वरूप देही है, इस तों अलहदा ऐसी घोड़े की करने। ऐसो है मम पास तुरंगा। इहो जिहा साडे अंदर भी एक घोड़ा है, अंदर भी साडे एक असवारी है। सुनो पिता जी, कालू कह न देत दिखाई। बाबा कालू जी कह लगे, ऐ पुत्र नाम ते सानू तेरा भोजन दसिया है, नाम तेरा सानू वस्त्र दसे है, हुण तुसीं कहंदे हो साडे कोल घोड़े भी है, हुण दस दिओ घोड़े किहड़े आ तुहाडे कोल? नज़र तां कोई नहीं आउंदे है, किधर रखे हुए है, किधरे होर बंधे हुए है, दस दिओ तुसीं। अस कह अस तुरंगन बंधिओ के थाई। इहो जे किहड़े घोड़े आ तुहाडे? लगदा तुसीं खरीददारी शुरू कर दित्ती है साडे तो बाद। बाप का सुभाव है। बाप ने सोचा खौरे हुण पुत्र कुछ व्यापारी बन गया होवेगा, घोड़े खरीददारी करदा होएगा, वेचदा होएगा। कह लगे कित्थे घोड़े बंधे है, तुसीं सानूं दस दिओ, असीं भी वेख आवांगे, दसो। सुन पित के बज पंकज बदना। सुन के ना पिता दे हैरानी जनक बचना नूं ते अमृत स्वरूप सतगुरु महाराज जी कमल शरीखे मुख तो बोलन लगे। तृतीय शब्द पद कह सुख सदना। तीजा शब्द सतगुरां ने उचारिया है, गुरबाणी विच जो दर्ज है, महाराज की बाणी उचारी है, वो बाणी सुनो। घोड़े पाकर सोए में साखत बूझण ते विवाद। कह लगे जेडे घोड़े है, पाखर नाम घोड़े की काठी है, फिर सोने की जिहड़ी साखत की है, जिहड़ी दुमची हुंदी है घोड़े के पिछे बने काठी ते लगाई जाती घोड़ियां दे। कह लगे ए सारे असी ए जानिया है जो वाहिगुरू दे रस्ते नूं जाना है, परमार्थ दा रस्ते ते चलना है, इहो ही साडे कोल घोड़े है, इहो साडी असवारी है। जो प्रभु के मार्ग ते असी चलदे हां, इस नालों वड्डी कोई असवारी नहीं है, क्योंकि असवारी करन नाल मनुख नूं एक हुंदा है
कि मैं हुण आरामदायक दशा विच हाँ। पर सतगुरु कहण लगे जिहड़ी अवस्था नाम जपदियां होइयां प्रभु के मार्ग में चलदियां होइयां मिलदी है, वो अवस्था होर किसी साधन द्वारा नहीं मिलती है। तुसीं विचारिया होएगा कि मनुख की जिन्नी भज दौड़ है, जे गदेले है घर में, गद्दे है, सोफे है, या कोई वस्त्र आरामदायक कोई घर में वस्तुआं ने, यह सारा कुछ मनुख नूं एक गल दा हमेशा एक झोरा लगा रहिंदा है। जिहड़ा आनंद माँ के गर्भ में माणिया सी ना, वो आनंद नूं लभदा होया मनुख ने कई तरह के साधन अपना लए ने, पर वो आनंद नहीं मिलेगा। ना कोई भोजन की चिंता, ना कोई नौकरी की चिंता, ना कोई खाण की पहनण की कोई चिंता नहीं सी। वो चिंता तो उदों ही उतरी सी जदों प्रभु ने कृपा की सी। माँ के गर्भ में जो आनंद सी वो बाद में ना मिल सकिया। मनुख ने यत्न किए ने, तरह तरह के साधन बना लए, गड्डियां मोटरां सारा कुछ, किस वास्ते कि वो आनंद मैनूं मुड़ के मिले, पर वो मिलिया ना। वो आनंद बाद विच ना मिलिया। सतगुरु कह लगे प्रभु के मार्ग ते चलना, वो परमार्थ के रस्ते ते चलना, एहो साडे घोड़ सवारी है, एहो साडे साधन हन। तरकस तीरक मान सांग सांग तेग बंद गुण धात। फिर बाप ने कहा कि पुत्र जेकर तू होर नहीं कुछ करना है, तेनू भर्ती करा दिंदे हाँ, सो तेनू राज दरबार में नौकर लवा दिंदे हाँ, या कोई सैनिक भर्ती करा दिंदे हाँ, चंगी नौकरी करेगा और अपना कमाएगा, अपना खावेगा, इस तो वधिया की हो सकता है। तो सतगुरु कह लगे तरकस तीर कमान। तरकस नाम होंदा भत्थे का, जिस विच तीर पाए जाते हैं। कह लगे जिहड़ा तीरां दा भत्था है। फिर सांग नाम बरशी का, तेग बंद जिहड़ी असी तलवार पकड़ी हुई है, किहड़ी पकड़ी है? गुण धात। प्रभु दे नाम रूपी असी जिहड़े साधन धारे है, सत संतोख सबर इत्यादि दान पुन करना, यह साडे हिरदे विच तीर धारण कीते हुए है। फिर बरशी रूप प्रेम धारिया होया है, और तेग रूप ज्ञान धारिया होया है, जो हमेशा सोचते हाँ कि यह संसार मिथ्या है और नासवंत है, खत्म हो जाएगा, क्षीण भंगुर है, यह हमेशा से ज्ञान दृढ़ किया होया। फिर गुण धात, गुणा की असी धातु हिरदे विच धारण की हुई, शुभ गुणा की। ए पिता जी सानू नौकरी करने की की जरूरत है, हुण सानू किसी वस्तु की जरूरत नहीं है। जिहड़ियां वस्तां करके नौकरी करनी सी, जिन्हां कारणा करके किसी की खुशामद करनी सी, वो आनंद सानू मिल रहा है। हुण उस आनंद वास्ते असीं क्यों भटकदे फिरीए? वो आनंद सानू आ गया है। जिहड़े चैन सुख वास्ते मनुख भजदा दौड़दा है, वो चैन वो सुख सानू मिल गया है। हुण सानू किधरे जाण की जरूरत नहीं है। वाजा निज बख्श्यों प्रगट, काम तेरा मेरी जात, कर्म तेरा मेरी जात। जिहड़े वाजे वजाउंदे राजियां दी सभा दे विच, जां वाजा नेजा, नेजे तुसीं जाणदे हो, जां कहण लगे वाजा नेजा पत्स्यों प्रगट। जिहड़े वाजे वजाउणे आ जां नेजे रखने आ, कहण लगे प्रभु दे नाम विच इन्ने मस्त रहना, ऐ सोचना प्रभु जे वडियाई लैनी तो तेरे नाम के रस्ते ते लवांगे। दुनियावी झूठे रस्तियां ते लैके वडियाई काहनूं लैनी है? जे वडियाई लवांगे, जे जस खटांगे तो तेरे परमार्थ के रस्ते ते चल के लवांगे। क्योंकि दुनियावी जस लैके भी की लवांगे, फिर खाली दे खाली, क्योंकि कड़छी ते खाली रह गई है, भावें कईयां नूं पकवान छका चुकी है, वो हिरदा खाली रह गया है। भावें लोगों की जबान तो अश अश करा लेंदे हाँ असीं, लोग कह देणगे बड़ी कमाई की है, बहुत धन जोड़िया है, पर सानू पुछ के देखो, हिरदे नूं पुछ के देखो, नहीं कुछ जुड़िया है, हले भी खाली है, हले भी वो तृष्णा बरकरार है। सतगुरु कह लगे प्रभु के मार्ग ते चलना, ਉਹਦੇ नाम रूपी जस नूं धारण करना, ਇਹੋ ਅਸੀਂ नेजे पकड़े हुए है, ਇਹੋ साडे आले दुआले चौगिरदे बाजे बजदे है। तो फिर कर्म तेरा मेरी जात, प्रभु की बख्शिश ही मेरी जात है। होर बाकियां जात कुजात विच असीं पैंदे नहीं हाँ।
कोई नीवी जाति वाला, उच्ची जाति वाला, इस चक्कर चों ऐ पिता जी असीं दूर हाँ। तुसीं मतां सानूं कहो असीं बेदी हाँ, असीं सोढी हाँ जां कोई हाँ, असीं प्रभु दे दर दे चाकर हाँ। सानूं होर जातियां व्यर्थ लगदियां हन, बाबा होर चढ़ना खुशी खवा। ऐ बाबा जी पिता जी होरना असवारां ते चढ़ना, असवारियां ते असवार होना, ऐ मन की इच्छा मुताबिक बंदा, कई बंदे है इहो जिहे वो साल पिछों 6 महीने पिछों आपकी गड्डी बदल लेंदे है, आपदा नवां साधन लै लेंदे है। वो की कारण? एक उन्हां दे मन विच है, इच्छा है खौरे हुण मैं नवां आनंद लवांगा, पर वो आनंद उस तरह ही खत्म, जिहड़ा है खाली है। आनंद नहीं आवेगा इस तरह। बंदा नवीं नवीं चीज़ां लैंदा है, पर नवीं नवीं चीज़ां लैण कुछ नहीं होवेगा, फिर भी वो खाली रहांगे। तां करके ऐ पिता जी होर चढ़ना खुशी खुआर, होर निता प्रति इच्छावां करनियां, निता प्रति कामनावां वधाउणियां, आशावां करनियां। ऐ मन नूं खजल खुआर करना है, आप ही अपने आप को दुखी करना है, दूसरा कोई दुखी कर ही नहीं सकता। एक उदाहरण मिलती है बाणी दे विच कि जिवें कोई बांदर है, साध संगत जी, बांदर नूं ना उसने मटके विच देखिया भी पए हुए है, चने पए हुए है, वो मटके विच हथ पाया उसने, और लालच है कि सारे कढ लवां। हुण मटके दा मूँह उन्ना की हुंदा उपरों, उन्हें जदों सीधे कढ़दा है थोड़े तो वो निकल जाते, पर मुठ भर के जो कढ़दा है तो अंदर हथ फस जाता है। वो सोचता मेरा किसी ने हथ फड़ लिया विचों, वो जोर लगाउंदा है, छड्डदा नहीं। ज्यों कप के कर मुश्त चनन के लुभदे ना त्याग दयो, बाणी में सतगुरां ने कहा है कि जिवें बांदर लालच वसी होया, आप दा हथ नहीं खोलता है, सोचता है खौरे मेरा हथ अंदरों किसी ने फड़ लिया, जोर लगाउंदा है, उन्हें चिर नूं आके शिकारी फड़ लेंदे है। यह हालत साडी है, आप ही अपने आप को तृष्णावां दे विच बंधिया होया है, उन्हें चिर नूं उमर रूपी रात लंघ जाती है, फिर चले जुआरी दोए हथ चा। वो हालत साडी है। बाबा होर चढ़ना खुशी खुआर, ऐ जिहड़ियां खुशियां ने ना खुआर करन वालियां ने। जित चढ़े है तन पीढ़ी है, मन मह चलह विकार। जिस असवारी ते चढ़दे मन हंकार ना लपालप भर जाए, बंदे नूं बंदा ना दिसे, वो ऐसी सवारी ते चढ़ के लैना की है आपां। ऐ पिता जी जे घोड़ी ते चढ़ भी गए, सुनिया है रविदास जी नूं किसी ने घोड़ी भेटा की, कहन लगे भगत जी यह घोड़ी स्पैशल तुहाडे वास्ते लिआंदी है, सुंदर पोशाका भी पहना दिता। रविदास जी ने किते बरात ते जाना सी उस दिन, ते घोड़ी ते चढ़ गए, चढ़े आ जदों उस वेले उतर गए, कहन लगे ओहो ये तो बड़ा मान हुंदा इस ते चढ़ के, हंकार ही बड़ा हुंदा है, मैं नहीं चढ़दा दोबारा इस ते। सो जिहड़े कुछ जागरूक हुंदे है, समझदे आ आपदी अवस्था नूं, किहड़ी चीज़ पा के मन डोलदा है, किहड़ी चीज़ खा के मन बेईमान हुंदा है, उन्हां नूं भली भांत समझ लग जाती है। सतगुरु कहंदे होर चढ़ना खुशी खुआर, जित चढ़िया तन पीढ़ी है, मन मह चलह विकार। जिहड़ी असवारी ते चढ़ के, जिहड़ा कपड़ा पा के, जिहड़ा कुछ खा के मनुख दे अंदर विकार ही छिड़दा है, वो खाना क्यों, वो पहनना क्यों, उस असवारी नूं क्यों धारना है। सतगुरु सच्चे पातशाह समझाउंदे ने रहाओ चौपई सुन कालू तब तूशन ठानी। सुन करके तो बाबा कालू जी हुण चुप कर गए, सोचा कि साडी गल नहीं मनदा है, आप दी मनाओ, साडे को मनाउणी चाहुंदा है। बाप हमेशा आप दा यतन पूरा करता है पहले मनाउण दा, फिर जो देखते हैं कि पुत्र साडे वचन नहीं मनते है। पर सतगुरु जी इन्ना कुछ क्यों करना चाहते हैं? यह आम मनुख के मन में तो हमेशा यह गल आएगी, खौरे गुरु साहब जी ने अपने बाप का वचन ना मन्निया, आग्या ना मन्नी। पर ये अगे रमज तुसीं आप ही समझ लैनी, इतिहास अगे आवेगा। सुनो हित कर त्रिपता बोली बानी। फिर प्रेम नाल माता त्रिपता ने भी आख्या ऐ पुत्र हुण मेरी गल सुन लै, बाप दी ते चलो तू नहीं सुननी है, तेरी शुरू तो नहीं बनी है, हुण मेरी सुन लै। सुन सुत हृदय मोह तब नाही। ऐ पुत्र जी मैनूं पता है कि तुहाडे मन विच मोह नहीं है, ऐ मैं समझदी हाँ, पर साडी भी सुन लो। साडी ते दशा देखदे हो ना तुसीं किहो जी है, तुहाडे तो बगैर साडा की है।
ਐਸ ਕਰਕੇ ਸਾਡੀ ਬੇਨਤੀ ਸੁਣੋ, ਮਿਲੋ ਕੁਟੰਬ ਚਲੋ ਘਰ ਮਾਹੀ। ਤੁਸੀਂ ਦੱਸੋ, ਚਲੋ ਤੁਹਾਡੇ ਪਰਿਵਾਰ ਨੂੰ ਮਿਲਾ ਦਿੰਦੇ ਹਾਂ, ਤੁਹਾਡੀ ਘਰਵਾਲੀ ਸੁਲੱਖਣੀ ਨੂੰ ਸੱਦ ਲੈਂਦੇ ਹਾਂ, ਤੁਹਾਡੇ ਪੁੱਤਰ ਲਖਮੀ ਚੰਦ ਨੂੰ ਵੀ ਸੱਦ ਲੈਂਦੇ ਹਾਂ। ਚਲੋ ਘਰ ਚੱਲੋ ਤੇ ਪਰਿਵਾਰ ਨਾਲ ਖੁਸ਼ੀਆਂ ਨਾਲ ਦਿਨ ਬਤੀਤ ਕਰੋ। ਬੇਦੀ ਅਪਰ ਸੁਨੇਹੀ ਸਭ ਹੀ। ਹੋਰ ਜਿੰਨੇ ਬੇਦੀਆਂ ਦੇ ਨਰ ਨਾਰੀਆਂ ਨੇ ਸਭਨਾਂ ਨੂੰ ਮਿਲੋ, ਉਹ ਸਾਰੇ ਤੁਹਾਨੂੰ ਉਡੀਕਦੇ ਪਏ ਨੇ ਘਰ। ਕਿਰਪਾ ਕਰਕੇ ਘਰ ਚੱਲੋ, ਕਰਤ ਉਡੀਕ ਆਏ ਹੈ ਕਬ ਹੀ। ਉਹ ਸਾਰੇ ਉਡੀਕਦੇ ਪਏ ਨੇ, ਕਿਉਂਕਿ ਉਹਨਾਂ ਨੂੰ ਮੈਂ ਆਉਣ ਲੱਗਿਆ ਦੱਸ ਆਈ ਸੀ ਕਿ ਮੇਰਾ ਨਾਨਕ ਪੁੱਤਰ ਆਇਆ ਹੈ ਤੇ ਬਾਪ ਦੇ ਡਰ ਤੋਂ ਘਰ ਨਹੀਂ ਆਇਆ ਹੈ। ਉਹ ਘਰ ਉਡੀਕ ਰਹੇ ਨੇ ਸਾਰੇ। ਇਹ ਪੁੱਤਰ ਦੇਰ ਨਾ ਲਗਾਵੋ, ਹੁਣ ਚਲੋ ਘਰ ਨੂੰ ਚੱਲੀਏ। ਤਬ ਪਾਸ਼ੇ ਕਰ ਗੁਜਰ ਬਨਾਵਾ। ਇਹ ਪੁੱਤਰ ਤੁਹਾਨੂੰ ਪਤਾ ਹੈ, ਤੁਹਾਡੇ ਤੋਂ ਬਾਅਦ ਅਸੀਂ ਘਰ ਨੂੰ ਹੋਰ ਨਵਾਂ ਨਰੋਆ ਬਣਾ ਲਿਆ ਹੈ। ਹੁਣ ਅਸੀਂ ਹੋਰ ਜ਼ਿਆਦਾ ਉਸ ਨੂੰ ਬਹੁਤ ਸ਼ਿੰਗਾਰ ਲਿਆ ਹੈ। ਉੱਪਰ ਹੋਰ ਮੰਜ਼ਰ ਖੜੀ ਕਰ ਦਿੱਤੀ ਹੈ, ਮਹਿਲ ਵਾਲੀਆਂ ਬਣਾ ਦਿੱਤੀਆਂ ਤੁਹਾਡੇ ਤੋਂ ਬਾਅਦ। ਕੀ ਤੁਸੀਂ ਦੇ ਹੋ? ਤੁਹਾਨੂੰ ਪਤਾ ਹੈ। ਤਾਂ ਪਰ ਹਮ ਬਹੁ ਦਰਬ ਲਗਾਵਾ। ਇਹ ਪੁੱਤਰ ਤੇਰੇ ਕਰਕੇ ਅਸੀਂ ਉਹ ਘਰ ਨੂੰ ਬਹੁਤ ਜ਼ਿਆਦਾ ਪੈਸੇ ਲਾ ਕੇ, ਧਨ ਲਗਾ ਕੇ ਬੜਾ ਸ਼ਿੰਗਾਰਿਆ ਹੈ ਕਿ ਸੋਚਿਆ ਕਿ ਸਾਡਾ ਪੁੱਤਰ ਨਾਨਕ ਆਏਗਾ, ਇਸ ਵਿੱਚ ਆਪਣੇ ਪਰਿਵਾਰ ਸਮੇਤ ਵਸਿਆ ਕਰੇਗਾ। ਤੁਸੀਂ ਇੱਕ ਵਾਰੀ ਘਰ 'ਤੇ ਚੱਲੋ, ਜਾ ਕੇ ਦੇਖੋ ਕਿੰਨਾ ਸੋਹਣਾ ਘਰ ਬਣਿਆ ਹੈ। ਚਲੋ ਤਾਤ ਅਬ ਤਾਂ ਕਹੋ ਜੀ ਦੇਖੋ। ਚਲੋ ਪੁੱਤਰ ਜੀ, ਹੁਣ ਜਾ ਕੇ ਉਹ ਘਰ ਨੂੰ ਤਾਂ ਦੇਖ ਸਕਦੇ ਹੋ ਨਾ। ਹੁਣ ਕਿਰਪਾ ਕਰੋ ਘਰ ਚੱਲੋ। ਜਿਹ ਮੈਂ ਬੈਠ ਹਰਖ ਬਸੇਖੋ। ਜਿਸ ਵਿੱਚ ਬੈਠ ਕੇ ਤੁਸੀਂ ਰੋਜ਼ਾਨਾ ਆਪਣਾ ਨਾਮ ਵੀ ਜਪਿਆ ਕਰੋ, ਬੰਦਗੀ ਕਰਿਆ ਕਰੋ, ਸਾਧ ਸੰਗਤ ਜੋੜਿਆ ਕਰੇਗੀ। ਮੈਨੂੰ ਪਤਾ ਹੈ ਤੁਸੀਂ ਸਾਧੂ ਸੁਭਾਅ ਹੋ, ਸੰਤ ਸੁਭਾਅ ਹੋ। ਇਸ ਵਾਸਤੇ ਤੁਹਾਨੂੰ ਅਸੀਂ ਤੁਹਾਡੇ ਕਰਮ ਤੋਂ ਨਹੀਂ ਰੋਕਦੇ ਹਾਂ। ਤੁਸੀਂ ਜੋ ਕਰਨਾ ਕਰੋ, ਪਰ ਇੱਕ ਕਿਰਪਾ ਬਣਾਈ ਰੱਖੋ, ਹੁਣ ਜਾਨ ਦਾ ਨਾਂ ਨਾ ਲਿਓ। ਹੁਣ ਤੁਹਾਡੇ ਤੋਂ ਬਿਨਾਂ ਅਸੀਂ ਕਿਸ ਜੋਗੇ ਹਾਂ? ਸਾਡੀ ਉਮਰ ਵਡੇਰੀ ਹੋ ਗਈ ਹੈ, ਬੁਢੇਪੇ ਨੇ ਜਕੜਿਆ ਹੋਇਆ ਹੈ ਸਾਨੂੰ। ਹੁਣ ਤੁਹਾਡੇ ਤੋਂ ਬਿਨਾਂ ਸਾਨੂੰ ਕੋਈ ਆਸਰਾ ਨਹੀਂ ਹੈ, ਕਿਉਂਕਿ ਇਕਲੌਤੇ ਇੱਕੋ ਇੱਕ ਸਾਡੇ ਪੁੱਤਰ ਹੋ ਤੁਸੀਂ। ਜੇ ਹੁਣ ਫਿਰ ਤੁਸੀਂ ਚਲੇ ਗਏ, ਫਿਰ ਤਾਂ ਕਿਹਦੇ ਆਸਰੇ ਅਸੀਂ ਰਹਾਂਗੇ? ਇਹ ਮਾਂ ਦੀਆਂ ਬੇਨਤੀਆਂ ਨੇ ਪੁੱਤਰ ਦੇ ਅੱਗੇ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਨ ਵਿੱਚ ਥੋੜ੍ਹਾ ਮਾਤਰ ਵੀ ਮੋਹ ਨਹੀਂ ਹੈ। ਉਹ ਸਭਨਾਂ ਨੂੰ ਇੱਕ ਸਮਾਨ ਦੇਖਦੇ ਹੈ। ਇਹ ਬੜੀ ਅੜਚਨ ਹੋ ਜਾਂਦੀ ਜਦੋਂ ਸਾਰਾ ਕੁਛ ਇੱਕ ਦਿਸਦਾ ਹੋਏ। ਜਿਹੜਾ ਮੋਹ ਕਰਨ ਵਾਲਾ ਉਹਨੂੰ ਫਿਰ ਕੁਛ ਵਿਪਤਾ ਨਜ਼ਰ ਆਉਂਦੀ ਹੈ, ਕਿਉਂਕਿ ਸਤਿਗੁਰਾਂ ਨੂੰ ਇੱਕ ਸਮਾਨ ਦਿਸਦੇ ਹੈ। ਸਾਰੇ ਆਪਣੇ ਦਿਸਦੇ, ਬੇਗਾਨਾ ਕੋਈ ਦਿਸਦਾ ਹੀ ਨਹੀਂ ਹੈ। ਜਿੱਥੇ ਜਾਂਦੇ ਉੱਥੇ ਆਪਣਾ ਸਾਰਾ ਕੁਛ, ਕੀ ਵੈਰੀ ਕੀ ਮਿੱਤਰ, ਸਾਰੇ ਇੱਕ ਸਮਾਨ ਦਿਸਦੇ ਨੇ। ਪਰ ਮਾਂ ਨੂੰ ਤੇ ਆਪਦਾ ਪੁੱਤਰ ਹੀ ਨਜ਼ਰ ਆ ਰਿਹਾ ਹੈ ਨਾ। ਮਾਂ ਕਹਿ ਰਹੀ ਹੈ ਹੁਣ ਪੁੱਤਰ ਸਾਡੇ ਨਾਲ ਚੱਲ। ਸੁਣ ਬੋਲੇ ਪ੍ਰਭ ਕਿਰਪਾ ਨਿਕੇਤਾ। ਸੁਣ ਕੇ ਇੱਕ ਸ਼ਬਦ ਮਹਾਰਾਜ ਨੇ ਹੋਰ ਉਚਾਰਿਆ ਹੈ, ਬਾਣੀ ਦੇ ਵਿੱਚ ਉਹ ਦਰਜ ਹੈ, ਸ਼ਬਦ ਉਚਾਰਿਆ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ। ਕਹਿਣ ਲੱਗੇ ਘਰ ਮੰਦਰ ਇਹ ਜੋ ਉਸਾਰਨੇ ਹੈ, ਇਹ ਸਾਰੇ ਸਾਨੂੰ ਤਾਂ ਹੀ ਜਗਦੇ ਹੈ ਜੇ ਨਾਮ ਸਾਡੇ ਹਿਰਦੇ ਵਿੱਚ ਵਸਿਆ ਹੋਵੇ। ਤਾਂ ਕਹਿਣ ਲੱਗੇ ਇਹੋ ਸਾਡਾ ਘਰ ਹੈ, ਸਰੀਰ ਹੀ ਸਾਡਾ ਘਰ ਹੈ, ਮੰਦਰ ਹੈ। ਇਹਦੇ ਵਿੱਚ ਨਾਮ ਦੀਆਂ ਖੁਸ਼ੀਆਂ ਸਾਡੇ ਚਿੱਤ ਨੂੰ ਨਿਹਾਲ ਕਰਦੀਆਂ ਪਈਆਂ ਨੇ। ਨਾਮ ਦਾ ਰਸ ਸਾਨੂੰ ਨਿੱਧਾ ਪ੍ਰਤੀ ਸੁਖੀ ਕਰ ਰਿਹਾ ਹੈ। ਹੁਣ ਦੁਨਿਆਵੀ ਜੋ ਇੱਟਾਂ ਰੋੜਿਆਂ ਪੱਥਰਾਂ ਦੇ ਬਣੇ ਹੋਏ ਘਰ ਹੈ, ਸਾਨੂੰ ਜੱਚਦੇ ਨਹੀਂ ਹੈ। ਹੁਣ ਸਾਨੂੰ ਸਰੀਰ ਵਿੱਚ ਹੀ ਨਜ਼ਰ ਆ ਗਿਆ ਹੈ। ਜਿਸ ਨੂੰ ਅਸੀਂ ਬਾਹਰ ਲੱਭਦੇ ਸੀ, ਉਹ ਸਾਡੇ ਹਿਰਦੇ ਵਿੱਚੋਂ ਪ੍ਰਗਟ ਹੋ ਗਿਆ ਹੈ। ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ। ਸੋ ਵਾਹਿਗੁਰੂ ਦੀ ਕਿਰਪਾ, ਉਹਦੀ ਬਖਸ਼ਿਸ਼ ਹੋ ਜਾਣੀ, ਇਹੋ ਸਾਡਾ ਪਰਿਵਾਰ ਹੈ। ਹੋਰ ਸਾਡਾ ਕੋਈ ਪਰਿਵਾਰ ਨਹੀਂ ਹੈ। ਇਹ ਮਾਤਾ ਸਾਡਾ ਹੋਰ ਸੰਬੰਧੀ ਨਹੀਂ ਕੋਈ ਹੈ। ਹੁਣ ਮਾਤਾ ਇਹ ਸੁਣ ਕੇ ਤਾਂ ਜ਼ਰੂਰ ਅੜਚਨ ਵਿੱਚ ਆਏ ਹੋਣਗੇ ਕਿ ਇਹ ਗੱਲ ਤਾਂ ਬੜੀ ਫਿੱਕੀ ਜੀ ਕਰ ਦਿੱਤੀ ਹੈ ਕਿ ਸਾਡਾ ਆਪਣਾ ਨਹੀਂ ਕੋਈ, ਪਰ ਬੇਗਾਨਾ ਵੀ ਕੋਈ ਨਹੀਂ। ਸ਼ੱਕ ਇਹ ਵੀ ਦੂਰ ਕਰ ਦਿੱਤਾ ਹੈ ਕਿ ਸਿਰਫ ਆਪਣਾ ਨਹੀਂ, ਕਿਉਂਕਿ ਵਿਰੋਧਾ ਭਾਵ ਨਹੀਂ ਸਤਿਗੁਰਾਂ ਦੇ ਮਨ ਵਿੱਚ ਹੈ। ਕੋਈ ਇਹ ਨਹੀਂ ਹੈ ਕਿ ਸਭ ਕੋਈ ਤਿਆਗਿਆ ਹੈ। ਮਹਾਰਾਜ ਕਹਿਣ ਲੱਗੇ ਨਾ ਕੋਈ ਬੇਗਾਨਾ ਹੈ, ਨਾ ਕੋਈ ਆਪਣਾ ਹੈ, ਬਲਕਿ ਸਾਡਾ ਹੀ ਸਰੂਪ ਹੈ। ਕਹਿਣ ਤੋਂ ਭਾਵ ਹੈ ਪਾਣੀ ਇੱਕ ਹੀ ਹੈ, ਭਾਵੇਂ ਟੋਭੇ ਦਾ ਹੈ, ਭਾਵੇਂ ਨਹਿਰਾਂ ਦਾ ਹੈ, ਸਮੁੰਦਰ ਦਾ, ਸਾਗਰ ਦਾ। ਸੋ ਵਾਹਿਗੁਰੂ ਇੱਕੋ ਸਾਰਿਆਂ ਵਿੱਚ ਸਮਾਇਆ ਹੋਇਆ ਹੈ।
ਉਹ ਵਾਹਿਗੁਰੂ ਨੂੰ ਅਸੀਂ ਸਾਰਿਆਂ ਵਿੱਚ ਦੇਖਦੇ ਪਏ ਹਾਂ। ਫਿਰ ਆਹ ਘਰ, ਆਹ ਮੰਦਰ, ਇਹ ਕੀ ਅਸੀਂ ਕਰਨੇ ਹਨ? ਇਹ ਬਾਪ ਸਤਿਗੁਰਾਂ ਦੇ ਬਚਨ ਅਲੌਕਿਕ ਨੇ। ਚਿੱਤ ਆਮ ਮਨੁੱਖ ਦਾ ਤਾਂ ਡੋਲੇਗਾ, ਪਰ ਗੁਰਮੁਖਾਂ ਨੂੰ ਸ਼ਾਂਤੀ ਆਉਂਦੀ ਹੈ ਇਸ ਸ਼ਬਦ ਸੁਣ ਕੇ। ਹੁਕਮ ਸੋਈ ਤੁਧ ਭਾਵ ਸੀ, ਹੋਰ ਆਖਣ ਬਹੁਤ ਅਪਾਰ। ਮਾਂ ਨੇ ਆਖਿਆ ਸੀ, ਪੁੱਤਰ ਜੀ ਤੁਸੀਂ ਸਾਨੂੰ ਜੋ ਕਹੋਗੇ, ਜੋ ਹੁਕਮ ਕਰੋਗੇ ਤੁਹਾਨੂੰ ਉਸੇ ਵੇਲੇ ਦੇ ਦਿਆ ਕਰਾਂਗੇ ਅਸੀਂ। ਭੋਜਨ ਛਕਣਾ, ਮਨ ਭਾਉਂਦਾ ਭੋਜਨ ਛਕਿਓ, ਮਨ ਭਾਉਂਦੇ ਵਸਤਰ ਪਹਿਨਿਓ, ਮਨ ਭਾਉਂਦਾ ਜੋ ਆਖੋ ਤੁਹਾਨੂੰ ਦੇ ਦਿਆ ਕਰਾਂਗੇ। ਤੇ ਸਤਿਗੁਰੂ ਕਹਿਣ ਲੱਗੇ ਹੁਕਮ ਤੇ ਉਹ ਵਾਹਿਗੁਰੂ ਦਾ ਹੀ ਚੱਲਦਾ ਹੈ। ਸਾਡਾ ਹੁਕਮ ਕੀ ਚੱਲਣਾ ਹੈ? ਹੁਕਮ ਸੋਈ ਤੁਧ ਭਾਵ ਸੀ। ਹੁਕਮ ਉਹ ਹੀ ਹੈ ਜਿਹੜਾ ਵਾਹਿਗੁਰੂ ਨੂੰ ਚੰਗਾ ਲੱਗਦਾ ਹੈ। ਹੋਰ ਆਖਣ ਬਹੁਤ ਅਪਾਰ, ਹੋਰ ਗੱਲਾਂ ਫਜ਼ੂਲ ਹੈ। ਕੋਈ ਕਹੇ ਮੇਰਾ ਬੜਾ ਜਸ ਹੈ, ਮੇਰਾ ਬੜਾ ਦਬਦਬਾ ਹੈ, ਇਹ ਗੱਲਾਂ ਫਜ਼ੂਲ ਨੇ। ਕੋਈ ਕਿਸੇ ਦਾ ਜ਼ੋਰ ਨਹੀਂ ਹੈ, ਉਹਦੇ ਜ਼ੋਰ ਕਰਕੇ ਸਾਰਾ ਕੁਛ ਹੋ ਰਿਹਾ। ਅੱਜ ਹੀ ਸਰੀਰ ਵਿੱਚੋਂ ਪ੍ਰਾਣ ਛੁੱਟ ਜਾਣ ਤਾਂ ਫਿਰ ਕਿਹਦੇ ਅੱਗੇ ਜ਼ੋਰ, ਕਿਹਦੇ ਅੱਗੇ ਅਸੀਂ ਕਹਾਂਗੇ ਕਿ ਮੇਰਾ ਜ਼ੋਰ ਚੱਲਦਾ ਹੈ, ਮੇਰਾ ਰੋਬ ਹੈ? ਕਿਸੇ ਅੱਗੇ ਹੈ ਜ਼ੋਰ? ਉਹਦੀ ਸੱਤਾ ਕਰਕੇ ਜ਼ੋਰ ਹੈ। ਇਸ ਕਰਕੇ ਉਹਦਾ ਹੀ ਹੁਕਮ ਸਾਰਿਆਂ ਵਿੱਚ ਵਰਤ ਰਿਹਾ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੈ ਵਿਚਾਰ। ਉਹ ਸੱਚਾ ਪਾਤਸ਼ਾਹ ਹੈ ਤੇ ਕਿਸੇ ਨੂੰ ਪੁੱਛ ਕੇ ਵਡਿਆਈ ਨਹੀਂ ਦਿੰਦਾ ਹੈ। ਚਿੱਤ ਚਾਹੇ ਕਿਸੇ ਗਰੀਬਰੇ ਨੂੰ ਵੱਡੇ ਮੁਰਾਤਬੇ ਬਖਸ਼ਦੇ, ਚਿੱਤ ਚਾਹੇ ਕਿਸੇ ਹੰਕਾਰ ਵਿੱਚ ਆਫੜੇ ਨੂੰ ਗਿਰਾਵਟ ਵੱਲ ਲੈ ਜਾਏ। ਇਹ ਵਾਹਿਗੁਰੂ ਦੀ ਮੌਜ ਹੈ। ਕੋਈ ਇਸ 'ਤੇ ਸੰਸ਼ੈ ਨਹੀਂ ਕਰ ਸਕਦਾ ਹੈ ਕਿ ਮੇਰੀ ਫਰਮਾਇਸ਼ ਚੱਲਦੀ ਹੈ, ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ ਹੈ। ਉਹ ਆਪ ਹੀ ਖੁਦ ਖੁਦਾ ਹੈ। ਉਸ ਦੇ ਤੁਲ ਕੋਈ ਹੋਰ ਸਿਆਣਾ ਨਹੀਂ, ਉਸ ਤੋਂ ਵੱਡਾ ਕੋਈ ਸੂਝਵਾਨ ਹੈ ਹੀ ਨਹੀਂ ਹੈ ਜਿਹੜਾ ਉਹਨੂੰ ਦੱਸ ਸਕੇ। ਰਾਜੇ ਲੋਕਾਂ ਨੇ ਤਾਂ ਵਜ਼ੀਰ ਰੱਖੇ ਹੁੰਦੇ ਹੈ, ਪਰ ਉਹ ਆਪ ਹੀ ਵਜ਼ੀਰ ਹੈ, ਆਪ ਹੀ ਰਾਜਾ ਹੈ। ਇਸ ਵਾਸਤੇ ਉਹ ਸਾਰਾ ਕੁਛ ਆਪ ਕਰਦਾ। ਬਾਬਾ ਹੋਰ ਸੋਹਣਾ ਖੁਸ਼ੀ ਖਵਾ। ਸਤਿਗੁਰੂ ਕਹਿਣ ਲੱਗੇ ਵੀ ਜਿਹੜੇ ਸਾਧ ਮੁਰਾਦੇ ਘਰਾਂ ਵਿੱਚ ਰਹਿਣਾ ਹੈ, ਆਮ ਜਿਹੋ ਜਿਹੀ ਸੇਜਾ ਮਿਲ ਗਈ ਪੈ ਜਾਣਾ ਚਾਹੀਦਾ ਹੈ। ਜੇ ਕਹਿਣਾ ਹੈ ਨਹੀਂ ਨਹੀਂ ਮੈਂ ਬਹੁਤੇ ਵਧੀਆ ਗੱਦੇ ਲਗਾ ਕੇ ਸੌਣਾ ਹੈ, ਨਹੀਂ ਮੈਂ ਬਹੁਤੇ ਵਧੀਆ ਬੈੱਡ ਲਗਾ ਕੇ ਸੌਵਾਂਗਾ, ਇਹੋ ਜਿਹੀਆਂ ਗੱਲਾਂ ਇਹਨਾਂ ਵਿੱਚ ਕੀ ਰਸ ਹੈ? ਕਹਿ ਲੱਗੇ ਇਹ ਸੌਣਾ ਖੁਸ਼ੀ ਖਵਾਰ ਹੈ। ਜਿਹੜੇ ਸੌਣੇ ਕਰਕੇ ਅੰਮ੍ਰਿਤ ਵੇਲਾ ਹੀ ਭੁੱਲ ਜਾਏ, ਜਿਹੜੇ ਸੁੱਖ ਵਿੱਚ ਨਾਮ ਹੀ ਨਾ ਜਪਿਆ ਜਾਏ, ਉਹ ਸੁੱਖ ਕਾਹਦਾ ਹੈ? ਜੇ ਸੁੱਖ ਵਿੱਚ ਪ੍ਰਭੂ ਯਾਦ ਹੀ ਨਾ ਆਏ, ਉਹ ਸੁੱਖ ਕਿੱਥੇ ਖੜਾਂਗੇ ਅਸੀਂ? ਕਹਿ ਲੱਗੇ ਹੋਰ ਸੌਣਾ ਖੁਸ਼ੀ ਖਵਾਰ। ਉਹ ਇਹੋ ਜਿਹੇ ਸੌਣੇ, ਇਹੋ ਜਿਹੇ ਗਦੇਲਿਆਂ 'ਤੇ ਲਿਟਣਾ ਜਿੱਥੇ ਪ੍ਰਭੂ ਯਾਦ ਹੀ ਨਾ ਆਏ, ਸਦਾ ਸੁਸਤ ਬੜੇ ਰਹੀਏ। ਕਹਿਣ ਲੱਗੇ ਖਵਾਰ ਹੋਣ ਵਾਲੇ ਕਰਮ ਹੈ ਨਾ ਸਾਡੇ, ਜਾਣ ਬੁੱਝ ਕੇ ਦੁਖੀ ਹੋਵਾਂਗੇ ਨਾ। ਇਸ ਕਰਕੇ ਜਿਤ ਸੁੱਤੈ ਤਨ ਪੀੜੀ ਹੈ, ਮਨ ਮਹਿ ਚਲਹਿ ਵਿਕਾਰ। ਜਿਸ ਸੁੱਖ ਕਰਕੇ ਮਨੁੱਖ ਭੱਜ ਦੌੜ ਕਰਦਾ ਹੈ ਨਾ, ਉਹ ਸੁੱਖ ਜੇ ਕਿਧਰੇ ਖੁੱਸ ਜਾਏ ਓਨੀ ਪੀੜਾ ਵੀ ਹੁੰਦੀ ਹੈ। ਤੁਸੀਂ ਦੇਖੋ ਮਨੁੱਖ ਲਗਾਤਾਰ ਮਹੀਨਾ 2 ਮਹੀਨੇ ਮਿੱਠਾ ਖਾਏ, ਉਹ ਮਿੱਠਾ ਭਾਵੇਂ ਰੋਜ਼ ਖਾ ਰਿਹਾ ਹੈ, ਪਰ ਅੱਜ ਇੱਕ ਦਿਨ ਕਿਤੇ ਨੂੰ ਕੌੜਾ ਖਾਣਾ ਪੈ ਜਾਏ ਨਾ, ਉਹ ਮਿੱਠਾ ਭਾਵੇਂ ਖਾਂਦਾ ਰੋਜ਼ ਹੈ, ਉਹ ਮਿੱਠਾ ਉਸ ਵੇਲੇ ਭੁੱਲ ਜਾਏਗਾ। ਉਹ ਕੌੜੇ ਨੇ ਉਸੇ ਵੇਲੇ ਸਾਨੂੰ ਵਕਤ ਪਾ ਦੇਣਾ ਹੈ। ਇੱਦਾਂ ਹੀ ਜੇਕਰ ਭਾਵੇਂ ਰੋਜ਼ ਸੁੱਖਾਂ ਵਿੱਚ ਰਹੀਏ, ਜੇ ਕਿਧਰੇ ਦੁੱਖ ਆ ਗਿਆ ਫਿਰ ਬਹੁਤ ਅੜਚਨ ਪਵੇਗੀ, ਬਹੁਤ ਵਿਪਤਾ ਪੈ ਜਾਏਗੀ। ਇਸ ਵਾਸਤੇ ਹਮੇਸ਼ਾ ਸਮਾਨ ਰਹਿਣਾ ਚਾਹੀਦਾ ਹੈ। ਸਮਾਨ ਅਵਸਥਾ ਵਿੱਚ ਦੁੱਖ ਵੀ ਪ੍ਰਵਾਨ ਅਤੇ ਸੁੱਖ ਵੀ ਪ੍ਰਵਾਨ ਹੈ। ਜੇਕਰ ਸਾਦਾ ਭੋਜਨ ਮਿਲਿਆ ਤਾਂ ਵੀ ਛਕ ਲੈਣਾ ਚਾਹੀਦਾ ਹੈ, ਜੇ ਕਿਧਰ ਵਧੀਆ ਬਣ ਗਿਆ ਤਾਂ ਵੀ ਛਕ ਲੈਣਾ ਚਾਹੀਦਾ ਹੈ। ਨਾ ਕੋਈ ਰੋਸ ਅਤੇ ਨਾ ਹੀ ਕਿਸੇ ਨਾਲ ਯਾਤਰੀ ਭਾਵ, ਸਭ ਕੁਝ ਪ੍ਰਵਾਨ ਹੈ। ਪਰ ਮਨੁੱਖ ਦਾ ਸੁਭਾਅ ਹੈ, ਜੇ ਕਿਧਰੇ ਮਿੱਠਾ ਘੱਟ ਪੈ ਜਾਏ ਤਾਂ ਵੀ ਰੌਲਾ, ਜੇ ਕਿਧਰੇ ਨਮਕ ਘੱਟ ਪੈ ਜਾਏ ਤਾਂ ਵੀ ਕਲੇਸ਼। ਇਹ ਫਜ਼ੂਲ ਦੀਆਂ ਗੱਲਾਂ ਨੇ, ਇਹਦੇ ਵਿੱਚੋਂ ਕੀ ਨਿਕਲਣਾ ਹੈ? ਕੋਈ ਤੱਤ ਸਿਧਾਂਤ ਨਹੀਂ ਨਿਕਲਣਾ ਹੈ। ਉਹੀ ਮਨੁੱਖ ਦਾ ਸੁਭਾਅ ਬਣਿਆ ਹੋਇਆ, ਹੋਰ ਨਹੀਂ ਤੇ ਕੁਝ ਫਿਰ ਘਰ ਦੇ ਭਾਂਡੇ ਸੁੱਟ ਮਾਰੇ। ਇਹ ਮਨੁੱਖ ਦੀ ਹਾਲਤ ਹੈ। ਤਾਂ ਕਹਿਣ ਲੱਗੇ ਇਹੋ ਜਿਹੇ ਕੰਮ ਕਰਕੇ ਆਪਣੇ ਆਪ ਨੂੰ ਖੱਜਲ ਖੁਆਰ ਕਰਨਾ ਹੈ ਨਾ। ਕ੍ਰੋਧ ਵਿੱਚ ਮਨੁੱਖ ਆਪ ਵੀ ਫਜ਼ੂਲ ਵਿੱਚ ਦੁਖੀ ਹੁੰਦਾ ਅਤੇ ਜਿਹਦੇ ਤਾਈਂ ਬੋਲਦਾ ਹੈ ਕੌੜਾ ਉਹਨੂੰ ਵੀ ਸਾੜਦਾ ਹੈ। ਇਸ ਕਰਕੇ ਕਹਿਣ ਲੱਗੇ ਇਹ ਭੋਜਨ, ਇਹ ਵਸਤਰ, ਇਹ ਵਧੀਆ ਵਧੀਆ ਤਰ੍ਹਾਂ ਦੇ ਗਦੇਲੇ, ਇਹ ਸਭ ਜੇਕਰ ਪ੍ਰਭੂ ਨੂੰ ਭੁਲਾਉਂਦੇ ਨੇ ਤਾਂ ਇਹ ਸਭ ਦੁਖਦਾਈ ਨੇ। ਦੋਹਰਾ ਸੁਨ ਜਨਨੀ ਮਮ ਬਚਨ ਕੋ ਅਬਲੋ ਹਿਰਦਾ ਉਦਾਸ। ਮਾਤਾ ਜੀ ਨੇ ਸੋਚਿਆ ਖੌਰੇ ਪੁੱਤਰ ਨਿਰਾਸ਼ ਹੈ ਕਿਸੇ ਤੋਂ। ਕਹਿਣ ਲੱਗੇ ਇਹ ਪੁੱਤਰ ਤੂੰ ਉਦਾਸ ਜਾਪਦਾ ਹੈ, ਕੀ ਗੱਲ ਦੁਖੀ ਹੈ?
ਕੀ ਗੱਲ ਤੈਨੂੰ ਕੋਈ ਚਿੰਤਾ ਸਤਾਉਣੀ ਪਈ ਹੈ? ਦੱਸ ਦੇ ਮੇਰਾ ਪੁੱਤਰ, ਗੱਲ ਕੀ ਹੈ? ਤੂੰ ਸਹੀ ਸਹੀ ਦੱਸ ਗੱਲ। ਕਿਉਂ ਇੰਨਾ ਨਿਰਾਸ਼ ਨਜ਼ਰ ਆ ਰਿਹਾ ਹੈ? ਤੈਨੂੰ ਕਿੰਨੇ ਸਮੇਂ ਤੋਂ ਕਹਿ ਰਹੇ ਹਾਂ ਵੀ ਘਰ ਚੱਲ, ਤੂੰ ਦੱਸਦਾ ਕਿਉਂ ਨਾ? ਦੇਸ਼ ਵਿਦੇਸ਼ ਦੇ ਲੋਕ ਕਹਿ ਬਾਹਰੋਂ ਆਏ ਆਵਾਸ। ਕੀ ਗੱਲ ਦੂਰੋਂ ਦਰਾਡਿਓਂ ਆਏ ਹੋ ਤਾਂ ਕਰਕੇ ਇੱਦਾਂ ਹੋ ਰਿਹਾ ਹੈ? ਕਿਉਂਕਿ ਦੇਖਣਾ, ਕਦੇ ਮਨੁੱਖ ਬਹੁਤਾ ਸਮਾਂ ਇੱਕ ਜਗ੍ਹਾ 'ਤੇ ਰਹੇ, ਫਿਰ ਉਹ ਜਗ੍ਹਾ ਛੱਡ ਕੇ ਦੂਸਰੀ ਜਗ੍ਹਾ 'ਤੇ ਜਾਣਾ ਪਵੇ ਅਤੇ ਮਨੁੱਖ ਨੂੰ ਬਹੁਤ ਮੁਸ਼ਕਿਲ ਬਣ ਜਾਂਦੀ ਉਦੋਂ, ਕਿਉਂਕਿ ਉਹ ਜਗ੍ਹਾ ਪ੍ਰਭਾਵਿਤ ਕਰਦੀ ਹੈ। ਨਵੀਂ ਜਗ੍ਹਾ 'ਤੇ ਜਾਣਾ, ਸਾਰਾ ਕੁਛ ਨਵਾਂ ਕਰਨਾ ਪਵੇ ਅਤੇ ਬੜੀ ਅੜਚਨ ਪੈ ਜਾਂਦੀ ਹੈ। ਕਹਿਣ ਲੱਗੇ ਕਿ ਕਿਧਰੇ ਇੱਦਾਂ ਤਾਂ ਨਹੀਂ ਹੈ ਕਿ ਤੂੰ ਦੂਰੋਂ ਦਰਾਡਿਓਂ ਆਇਆ ਹੈ, ਦੇਸ਼ਾਂ ਵਿਦੇਸ਼ਾਂ ਵਿੱਚੋਂ ਆਇਆ ਹੈ, ਅੱਜ ਇੱਥੇ ਠਹਿਰਨਾ ਪੈ ਗਿਆ ਹੈ ਅਤੇ ਖੌਰੇ ਤੁਹਾਨੂੰ ਉਦਾਸੀ ਛਾ ਰਹੀ ਹੈ, ਤੁਸੀਂ ਦੁਖੀ ਹੋ ਰਹੇ ਹੋ ਵੀ ਇਹ ਨਵੀਂ ਜਗ੍ਹਾ 'ਤੇ ਫੇਰ ਰਹਿਣਾ ਪਵੇਗਾ। ਮਨੁੱਖ ਭਾਵੇਂ ਆਪਦੇ ਘਰ ਵਿੱਚ 10 ਸਾਲ ਵੀ ਰਿਹਾ ਹੈ ਨਾ, ਪਰ ਜੇ ਉਹ ਘਰ ਤੋਂ ਛੱਡ ਕੇ ਹੁਣ ਦੂਸਰੀ ਜਗ੍ਹਾ 'ਤੇ ਜਾ ਕੇ 5 ਸਾਲ ਵੀ ਰਹਿ ਪਿਆ ਹੈ, ਫਿਰ ਉਹ ਘਰ ਆਣ ਕੇ ਉਹਨੂੰ ਘਰ ਇੱਕ ਸੁੰਨਾ ਸੁੰਨਾ ਜਿਹਾ ਲੱਗੇਗਾ, ਕਿਉਂਕਿ ਉਹ ਜਗ੍ਹਾ ਹੁਣ ਨਵੀਂ ਲੱਗੇਗੀ ਇੰਨੇ ਸਮੇਂ ਬਾਅਦ। ਤਾਂ ਕਹਿਣ ਲੱਗੇ ਕੀ ਗੱਲ ਅੱਜ 12 ਸਾਲਾਂ ਬਾਅਦ ਆਏ ਹੋ, ਕਿਧਰੇ ਇਸ ਤਰ੍ਹਾਂ ਤਾਂ ਨਹੀਂ ਹੈ ਪਿੰਡ ਓਪਰਾ ਓਪਰਾ ਲੱਗਦਾ ਹੋਏ ਤਾਂ ਕਰਕੇ ਤੁਸੀਂ ਉਦਾਸ ਹੋਵੋਗੇ? ਕੀ ਗੱਲ ਹੈ ਮੇਰਾ ਪੁੱਤਰ, ਦੱਸ ਦੇ ਤੂੰ ਸਾਰੀ ਗੱਲ ਸਾਨੂੰ। ਚੌਪਈ ਹੇ ਸੁਤ ਤੈ ਅਸ ਬੈਨ ਉਚਾਰੇ। ਹੈ ਪੁੱਤਰ, ਤੂੰ ਇਹੋ ਜਿਹੇ ਬੈਨ ਕਿਉਂ ਉਚਾਰਦਾ ਹੈ? ਇਹੋ ਜਿਹੇ ਬਚਨ ਕਿਉਂ ਵਾਰ-ਵਾਰ ਟਾਲ ਮਟਾਲਾ ਕਰਦਾ ਹੈ ਸਾਨੂੰ? ਸਹੀ ਸਹੀ ਗੱਲ ਦੱਸ, ਸਹੀ ਮਾਇਨੇ ਵਿੱਚ ਗੱਲ ਦੱਸ ਦੇ ਵੀ ਅੰਦਰ ਦੀ ਗੱਲ ਤੇਰੇ ਕੀ ਹੈ? ਤੂੰ ਬਾਹਰ ਦੀਆਂ ਗੱਲਾਂ ਛੱਡ, ਅੰਦਰ ਤੇਰੀ ਕਿਹੜੀ ਚਿੰਤਾ ਹੈ ਸਾਨੂੰ ਦੱਸ ਦੇ। ਹਿਰਦੈ ਸ਼ਾਂਤ ਕਿਉਂ ਆਪ ਹਮਾਰੇ। ਕਿਉਂਕਿ ਤੇਰੀ ਚਿੰਤਾ ਦੇਖ ਕੇ ਸਾਨੂੰ ਸ਼ਾਂਤੀ ਨਹੀਂ ਆ ਸਕਦੀ ਹੈ। ਤੂੰ ਦੁਖੀ ਹੈ ਅਤੇ ਅਸੀਂ ਕਿਵੇਂ ਸੁਖੀ ਹੋ ਸਕਦੇ ਹਾਂ? ਕਿਉਂਕਿ ਮਾਂ ਦਾ ਦੁੱਖ, ਪੁੱਤਰ ਦਾ ਦੁੱਖ ਮਾਂ ਨੂੰ ਦੋਗੁਣਾ ਜ਼ਿਆਦਾ ਹੋਏਗਾ। ਇਸ ਵਾਸਤੇ ਪੁੱਤਰ ਤੇਰਾ ਦੁੱਖ ਮੈਨੂੰ ਬਹੁਤਾ ਸਤਾਵੇਗਾ। ਦੱਸੋ ਕੀ ਗੱਲ ਹੈ ਤੁਹਾਨੂੰ? ਦਵਾਦਸ਼ ਬਰਖ ਬਤੀਤੇ ਆਏ। ਤੁਹਾਨੂੰ ਦਵਾਦਸ਼ ਨਾਮ 12 ਸਾਲ, 12 ਸਾਲਾਂ ਬਾਅਦ ਤੁਸੀਂ ਘਰ ਆਏ ਹੋ। ਪ੍ਰਵੇਸ਼ੇ ਸਦਨ ਨਾ ਪਗ ਇੱਕ ਪਾਏ। 12 ਸਾਲਾਂ ਵਿੱਚੋਂ ਇੱਕ ਵਾਰੀ ਵੀ ਤੁਸੀਂ ਘਰ ਵਿੱਚ ਆਪਦੇ ਚਰਨ ਨਹੀਂ ਪਾਏ ਹੈ। ਸਦਾ ਬਾਹਰੋਂ ਹੋ ਕੇ ਚਲੇ ਜਾਂਦੇ ਰਹੇ ਹੋ, ਨੇੜੇ ਕਿਧਰੇ ਵੀ ਆਏ, ਘਰ ਨਾ ਆਏ। ਅੱਜ ਵੀ ਖੌਰੇ ਤੁਹਾਡਾ ਇਰਾਦਾ ਇਹੋ ਸੀ, ਉਹ ਵੱਖਰੀ ਗੱਲ, ਤੁਸੀਂ ਪਕੜੇ ਗਏ ਕਿਉਂਕਿ ਤੁਸੀਂ ਤੇ ਘਰ ਆਉਣ ਦਾ ਨਾਮ ਨਹੀਂ ਸੀ ਲੈਂਦੇ ਸੀ। ਅੱਜ ਜੇਕਰ ਆਏ ਹੋ ਤੇ ਹੁਣ ਤੁਸੀਂ ਸਾਡੇ ਬਚਨ ਨਹੀਂ ਮੰਨਦੇ। ਵਹਿਰ ਤੇ ਵਹਿਰ ਕਰੋ ਤੁਮ ਪਿਆਨਾ। ਤੁਸੀਂ ਬਾਹਰ ਤੋਂ ਬਾਹਰ ਪਿਆਨਾ ਕਰ ਜਾਂਦੇ ਸੀ। ਜੇ ਕਿਧਰੇ ਪਿੰਡ ਆਉਣਾ ਵੀ ਤੇ ਬਾਹਰੋਂ ਹੋ ਕੇ ਚਲੇ ਜਾਣਾ, ਸਾਨੂੰ ਦੱਸਣਾ ਵੀ ਨਾ ਕਿਸੇ ਨੇ। ਬਾਅਦ ਵਿੱਚ ਪਤਾ ਲੱਗਦਾ ਸੀ ਵੀ ਨਾਨਕ ਪਿੰਡ ਵਿੱਚ ਆਏ ਸੀ ਤੇ ਸਾਨੂੰ ਮਿਲਣ ਤੋਂ ਬਿਨਾਂ ਹੀ ਚਲੇ ਗਏ। ਤਾਂ ਕਈ ਵਾਰੀ ਇੱਦਾਂ ਤੁਸੀਂ ਕੀਤਾ ਹੈ। ਹੁਣ ਅੱਜ ਤੇ ਕਿਰਪਾ ਕਰ ਦਿਓ ਨਾ, ਹੁਣ ਤੇ ਨਾ ਤੁਸੀਂ ਨਿਰਾਸ਼ ਹੋਵੋ। ਕਿਰਪਾ ਕਰੋ ਹਮਰੋ ਰਹਿਓ ਨਾ ਇੱਕ, ਹਮਰੋ ਕਹਿਓ ਨਾ ਇੱਕ ਮਨ ਮਾਨਾ। ਤੁਸੀਂ ਸਾਡਾ ਕਹਿਆ ਹੋਇਆ ਕਦੇ ਵਾਸਤੇ ਨਹੀਂ ਮੰਨਿਆ ਹੈ, ਪਰ ਫਿਰ ਵੀ ਆ ਪੁੱਤਰ ਤੇਰੇ ਤੋਂ ਅਸੀਂ ਨਿਰਾਸ਼ ਨਹੀਂ ਹਾਂ। ਇਹ ਗੱਲ ਯਾਦ ਰੱਖ, ਤੇਰੇ ਤੇ ਅਸੀਂ ਸਦਾ ਖੁਸ਼ ਹਾਂ। ਤੈਨੂੰ ਜਿਵੇਂ ਚੰਗਾ ਲੱਗਦਾ ਤੂੰ ਭਾਵੇਂ ਕੁਝ ਵੀ ਨਾ ਕਰ, ਭਾਵੇਂ ਘਰ ਬੈਠਾ ਰਹਿ, ਸੁੱਤਾ ਰਹਿ, ਕੁਛ ਵੀ ਨਾ ਕਰ, ਪਰ ਸਿਰਫ ਸਾਨੂੰ ਦਰਸ਼ਨ ਦੇਈ ਜਾ। ਤੇਰੇ ਦਰਸ਼ਨ ਕਰਕੇ ਸਾਡੇ ਚਿੱਤ ਨੂੰ ਸ਼ਾਂਤੀ ਆਉਂਦੀ ਹੈ। ਅਸੀਂ ਤੇਰੇ ਕੋਲੋਂ ਕੋਈ ਕੰਮ ਨਹੀਂ ਕਰਾਉਣਾ ਚਾਹੁੰਦੇ ਹਾਂ ਵੀ ਖੌਰੇ ਤੇਰੀ ਕਮਾਈ ਖਾਣੀ ਹੈ। ਅਸੀਂ ਕਮਾਈ ਵਾਹਿਗੁਰੂ ਨੇ ਸਾਨੂੰ ਬਹੁਤ ਦਿੱਤੀ ਹੈ, ਪਰ ਹੁਣ ਤੇਰੇ ਦਰਸ਼ਨ ਨਹੀਂ ਸਾਨੂੰ ਹੁੰਦੇ ਹੈ। 12 ਸਾਲ ਰੋਜ਼ ਅਸੀਂ ਮਰ ਕੇ ਕੱਢੇ ਸੀ, ਹੁਣ ਤੇਰੀ ਅਸੀਂ ਵਿਛੋੜੇ ਨੂੰ ਨਹੀਂ ਸਹਾਰ ਸਕਦੇ। ਹੁਣ ਕਿਰਪਾ ਕਰ ਇੱਥੋਂ ਨਾ ਮੁੜ ਜਾਵੀਂ, ਹੁਣ ਘਰ ਚੱਲ। ਇਹ ਦੁੱਖ ਤੇ ਮਨ ਕੀਨ ਉਦਾਸੂ। ਕੀ ਐਸਾ ਦੁੱਖ ਮਨ ਵਿੱਚ ਧਾਰਿਆ ਹੈ ਜਿਸ ਤੋਂ ਉਦਾਸ ਭਾਵ ਤੁਸੀਂ ਆਪਦੇ ਮਨ ਨੂੰ ਠਹਿਰਾਇਆ ਹੈ? ਐਸਾ ਕੀ ਹੋ ਗਿਆ ਹੈ ਕਿ ਤੁਹਾਨੂੰ ਕਿਸੇ ਨੇ ਕੁਝ ਦੁਰਬਚਨ ਕਹੇ ਨੇ, ਕੁਝ ਤੁਹਾਨੂੰ ਕਿਸੇ ਨੇ ਝਿੜਕਿਆ ਹੈ? ਕਿਉਂ ਇੰਨੀ ਨਿਰਾਸ਼ਾ ਧਾਰੀ ਹੋਈ? ਜੋ ਤੁਮ ਕਹੋ ਕਰੈ ਤਿਮ ਆਸੂ। ਜਿਵੇਂ ਆਖਦੇ ਹੋ, ਮੇਰੇ ਖਿਆਲ ਨਾਲ ਗੱਲ ਕੋਈ ਹੋਰ ਹੈ ਤੁਹਾਡੇ ਮਨ ਵਿੱਚ। ਹੁਣ ਮਾਂ ਆਪਣੇ ਇੱਕ ਟੇਵੇ ਲਗਾਉਂਦੀ ਹੈ, ਸੋਚਦੀ ਖੌਰੇ ਗੱਲ ਕੋਈ ਹੋਰ ਨਾ ਹੋਵੇ। ਮਾਤਾ ਜੀ ਕਹਿਣ ਲੱਗੇ ਨਿਜ ਇਸਤਰੀ ਕਹੋ ਜੇ ਦੁੱਖ ਮਾਨੋ। ਮਾਤਾ ਕਹਿਣ ਲੱਗੇ ਵੀ ਕਿਧਰੇ ਸੁਲੱਖਣੀ ਨੇ ਤਾਂ ਨਹੀਂ ਤੈਨੂੰ ਦੁਖੀ ਕੀਤਾ, ਕਿਧਰੇ ਤੈਨੂੰ ਬੁਰਾ ਭਲਾ ਕਹਿ ਗਈ ਹੋਵੇ ਉਦੋਂ ਤੇ ਤੂੰ ਗੱਲ ਸਾਨੂੰ ਦੱਸੀ ਹੀ ਨਾ ਹੋਵੇ। ਉਹ ਕਿਧਰੇ ਤੇਰੀ ਘਰ ਵਾਲੀ ਤੈਨੂੰ ਦੁਖੀ ਤੇ ਨਹੀਂ ਕਰਦੀ ਹੈ?
ਉਹਨੇ ਤੈਨੂੰ ਕਿਤੇ ਬੁਰਾ ਭਲਾ ਕਿਹਾ ਹੋਏ, ਕੋਈ ਬੋਲ ਕਬੋਲ ਬੋਲ ਦਿੱਤਾ ਹੋਏ, ਤੂੰ ਕਿਸੇ ਨੂੰ ਦੱਸਿਆ ਹੀ ਨਾ ਹੋਏ, ਆਪ ਹੀ ਕੌੜਾ ਘੁੱਟ ਭਰ ਕੇ ਤੇ ਬਾਹਰ ਚਲਾ ਗਿਆ ਹੋਏ ਘਰ-ਬਾਰ ਛੱਡ ਕੇ, ਐਸਾ ਤੇ ਨਹੀਂ ਕੁਛ? ਜੇ ਹੈ ਤੇ ਸਾਨੂੰ ਦੱਸ ਦੇ, ਔਰ ਵਿਆਹ ਕਰ ਦੇ ਬਖਾਨੋ, ਤੇਰਾ ਹੋਰ ਵਿਆਹ ਕਰ ਦਿੰਦੇ ਹਾਂ, ਇਹ ਗੱਲ ਛੱਡ ਦੇ ਤੂੰ, ਹੋਰ ਕੋਈ ਨਵੀਂ ਕੁੜੀ ਲੱਭਦੇ ਨੇ ਤੇਰੇ ਵਾਸਤੇ, ਉਹਨੂੰ ਰਹਿਣ ਦੇ ਨੇ ਉਹਦੇ ਘਰ ਹੁਣ, ਤੇ ਤੇਰੇ ਵਾਸਤੇ ਨਵਾਂ ਵਿਆਹ ਕਰਾ ਦਿੰਦੇ ਹਾਂ। ਇਹ ਪੁੱਤਰ ਦੱਸ ਕੀ ਗੱਲ ਕੀ ਹੈ ਤੇਰੇ ਮਨ ਵਿੱਚ? ਕਿਉਂ ਇਹਨਾਂ ਆਪਣੇ ਆਪ ਨੂੰ ਉਚਾਟ ਕੀਤਾ ਹੋਇਆ ਹੈ? ਕਾਹਨੂੰ ਇਹਨਾਂ ਦੁੱਖ ਧਾਰਿਆ ਹੈ? ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਅਸੀਂ ਦੇਖਦੇ ਪਏ ਹਾਂ ਤੁਸੀਂ ਹਰ ਸਾਡੇ ਗੱਲ ਨੂੰ ਜਵਾਬ ਦੇ ਕੇ ਮੋੜ ਦਿੰਦੇ ਹੋ, ਤੁਸੀਂ ਸਾਡਾ ਬਚਨ ਹੀ ਨਹੀਂ ਮੰਨਦੇ ਹੋ। ਜੇ ਕਹਿੰਦੇ ਹੋ ਤੁਹਾਡਾ ਵਿਆਹ ਕਰ ਦਿੰਦੇ ਹਾਂ, ਸਭ ਕੁਛ ਘਰ ਨਾ ਦੀਨ ਵਿਧਾਤਾ, ਕੋਈ ਘਰ ਵਿੱਚ ਕਮੀ ਵੀ ਨਹੀਂ ਹੈ, ਕੋਈ ਕੱਪੜੇ ਪਾਉਣੇ ਦੀ, ਖਾਣੇ ਦੀ, ਪਹਿਨਣੇ ਦੀ, ਰਹਿਣੇ ਸਹਿਣੇ ਦੀ ਕੋਈ ਇਹੋ ਜਿਹੀ ਕਮੀ ਵੀ ਨਹੀਂ ਹੈ ਜਿਸ ਤੋਂ ਤੁਹਾਨੂੰ ਨਿਰਾਸ਼ਾ ਆਉਂਦੀ ਹੋਏ। ਫਿਰ ਜੇਕਰ ਤੁਹਾਨੂੰ ਇਹ ਵੀ ਲੱਗਦਾ ਹੋਏ ਕਿ ਖੌਰੇ ਮੈਨੂੰ ਘਰ ਵਿੱਚ ਕੋਈ ਟਿਕਣ ਨਾ ਦੇਵੇਗਾ, ਐਸੀ ਵੀ ਕੋਈ ਗੱਲ ਹੈ ਨਹੀਂ ਹੈ, ਕਿਉਂਕਿ ਘਰ ਵਿੱਚ ਅਸੀਂ ਦੋਨੋਂ ਜਾਣੇ ਤੇ ਹੈ ਨਹੀਂ ਹੈ, ਕੋਈ ਸ਼ਰੀਕ ਵੀ ਨਹੀਂ ਹੈ ਕਿ ਜਿਹੜੇ ਤੁਹਾਨੂੰ ਦੁਖੀ ਕਰਨਗੇ, ਕਿ ਤੁਹਾਡਾ ਕੋਈ ਹੋਰ ਭਰਾ ਹੋਏ ਜਾਂ ਤੁਹਾਡੀ ਹੋਰ ਕੋਈ ਰਿਸ਼ਤੇਦਾਰੀ ਹੋਏ ਤੁਹਾਨੂੰ ਕੋਈ ਤੰਗ ਕਰੇ, ਇਹੋ ਜਿਹੀ ਵੀ ਕੋਈ ਗੱਲ ਹੈ ਨਹੀਂ। ਫਿਰ ਕਿਉਂ ਘਰ ਨਹੀਂ ਤੁਸੀਂ ਜਾ ਰਹੇ? ਜੋ ਤੁਮ ਚਾਹੋ ਕਰੇ ਕਿਉਂ ਤਾਤਾ। ਐ ਪੁੱਤਰ ਜੀ, ਜਿਵੇਂ ਤੁਸੀਂ ਆਖਦੇ ਹੋ ਉਸੇ ਪ੍ਰਕਾਰ ਅਸੀਂ ਕਰ ਦੇਵਾਂਗੇ। ਸ੍ਰੀ ਨਾਨਕ ਸੁਣ ਬੈਨ ਉਚਾਰੇ। ਸ੍ਰੀ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਤਾ ਦੇ ਇਸ ਸੰਸ਼ੇ ਨੂੰ ਦੂਰ ਕਰਨ ਵਾਸਤੇ, ਕਿ ਮਾਤਾ ਤੇ ਹੋਰ ਹੀ ਕਿਧਰੇ ਗੱਲ ਲੈ ਗਈ ਹੈ, ਸਾਡਾ ਹੋਰ ਸੁਭਾਅ ਹੈ, ਮਾਤਾ ਵਿਆਹ ਵਾਲੀਆਂ ਗੱਲਾਂ ਤੋੜ ਕੇ ਬੈਠ ਗਈ ਹੈ, ਤੇ ਸਤਿਗੁਰੂ ਸੰਸਾ ਦੂਰ ਕਰਨ ਵਾਸਤੇ ਮਾਤਾ ਨੂੰ ਕਹਿਣ ਲੱਗੇ, ਜੋ ਸੰਜੋਗ ਲਿਖਾ ਕਰ ਤਾਰੇ। ਇਹ ਮਾਤਾ ਜੀ, ਜੋ ਸੰਜੋਗ ਲਿਖੇ ਆ ਨਾ ਵਾਹਿਗੁਰੂ ਨੇ, ਜੋ ਸਾਡੇ ਕਰਮ ਲਿਖੇ ਹੋਏ ਹੈ ਪਹਿਲੇ, ਸੋਈ ਭਲਾ ਨਾ ਚਾਹਾਂ ਔਰੀ, ਉਹ ਭਲਾ ਹੈ। ਸੁਲੱਖਣੀ ਸਾਨੂੰ ਕੁਝ ਨਹੀਂ ਕਹਿੰਦੀ ਆ, ਉਹਦੇ ਵਿਚਾਰੀ ਭਲੀ ਮਾਨਸ ਹੈ, ਉਹ ਤੇ ਸਦਾ ਕਹਿੰਦੀ ਸੀ ਕਿ ਸਾਡੇ ਕੋਲ ਰਹੋ। ਅਸੀਂ ਉਹਦੇ ਨਾਲ ਬਹੁਤਾ ਸਮਾਂ ਰਹਿ ਨਾ ਸਕੇ, ਕਿਉਂਕਿ ਕਰਤਾਰ ਦਾ ਕੋਈ ਹੁਕਮ ਹੋਰ ਸੀ, ਅਸੀਂ ਦੁਖੀਆਂ ਦੇ ਦੁੱਖ ਨੂੰ ਦੇਖ ਨਾ ਸਕੇ, ਇਸ ਵਾਸਤੇ ਅਸੀਂ ਘਰ ਛੱਡ ਕੇ ਬਾਹਰ ਚਲੇ ਗਏ। ਇਹ ਦੇਖਣਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਘਰ ਪਹਿਲਾਂ ਨਹੀਂ ਛੱਡਿਆ ਹੈ, ਪਹਿਲਾਂ ਅੰਦਰ ਜਿਹੜੀ ਖੇਡ ਬਣੀ ਹੈ, ਵਾਹਿਗੁਰੂ ਵੱਲੋਂ ਨਾਮ ਦਾ ਜਦੋਂ ਪ੍ਰਗਟਾਵਾ ਹੋਇਆ ਹੈ, ਜਦੋਂ ਵਾਹਿਗੁਰੂ ਨੇ ਹੁਕਮ ਕੀਤਾ ਹੈ ਕਿ ਹੁਣ ਤੁਸੀਂ ਦੇਸਾਂ ਦੇਸਾਂਤਰਾਂ ਵਿੱਚ ਜਾ ਕੇ ਵਾਹਿਗੁਰੂ ਗੁਰਮੰਤਰ ਦ੍ਰਿੜ ਕਰਾਓ, ਤਦੋਂ ਸਤਿਗੁਰੂ ਜੀ ਨੇ ਘਰ ਛੱਡ ਕੇ ਪ੍ਰਚਾਰ ਵਾਸਤੇ ਨਿਕਲੇ ਸੀ। ਕੁਛ ਵੈਸੇ ਨਹੀਂ, ਨਿਰਾਸ਼ ਤਾਂ ਕਿਸੇ ਨਾਲ ਹੈ ਨਹੀਂ ਸੀ, ਪਰ ਦੁੱਖ ਨਹੀਂ ਸੀ ਸਹਾਰੇ ਜਾਂਦੇ ਮਹਾਰਾਜ ਕੋਲੋਂ, ਕਿਸੇ ਦੇ ਦੁੱਖ ਸਹਾਰਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਹਿੱਸੇ ਨਹੀਂ ਆਇਆ ਸੀ। ਆਮ ਮਨੁੱਖ ਤੇ ਸੋਚਦਾ ਹੈ ਚਲੋ ਮਾੜੇ ਕਰਮਾਂ ਦਾ ਹਿਸਾਬ ਸੀ ਇਹਨੂੰ ਮਿਲ ਗਿਆ, ਪਰ ਸਤਿਗੁਰੂ ਨਹੀਂ ਸੀ ਬਰਦਾਸ਼ਤ ਕਰਦੇ। ਸਤਿਗੁਰੂ ਦੁਖੀ ਨੂੰ ਸੁਖੀ ਕਰਨ ਵਾਸਤੇ ਘਰ-ਬਾਰ ਛੱਡ ਕੇ ਬਾਹਰ ਵਿਚਰਦੇ ਰਹੇ ਹੈ। ਇਸ ਵਾਸਤੇ ਸਤਿਗੁਰਾਂ ਨੇ ਆਪ ਬੇਸ਼ੱਕ ਘਰੋਂ ਬਾਹਰ ਨਿਕਲ ਕੇ ਕਈ ਤਰ੍ਹਾਂ ਦੇ ਦੁੱਖ ਸਹਾਰੇ, ਪਰ ਕਿਸੇ ਨੂੰ ਇਹ ਦੁੱਖ ਸਹਾਰਨ ਦਾ ਉਪਦੇਸ਼ ਨਹੀਂ ਕੀਤਾ ਹੈ। ਸਤਿਗੁਰੂ ਜੀ ਨੇ ਕਿਹਾ, ਘਰ ਹੀ ਬੈਠਿਆਂ ਸਹੁ ਮਿਲੈ, ਜੇ ਨੀਅਤ ਰਾਸ ਕਰੈ। ਜੇ ਨੀਅਤ ਸੱਚੀ ਹੈ ਨਾ, ਘਰੇ ਬੈਠਿਆਂ ਮਿਲ ਸਕਦਾ ਹੈ। ਫਿਰ ਹੋਰ ਵੀ ਉਦਾਹਰਨਾਂ ਮਿਲੀਆਂ ਨੇ, ਗੁਰਮੁਖ ਬੁੱਢੇ ਕਦੇ ਨਾਹੀਂ, ਜਿਨ ਅੰਦਰ ਸੁਰਤ ਗਿਆਨ। ਇਹ ਜੇ ਤੇਰਾ ਸਰੀਰ ਬੁਢੇਪੇ ਵਿੱਚ ਵੀ ਆ ਗਿਆ ਹੈ ਨਾ, ਫਿਰ ਵੀ ਤੂੰ ਵਾਹਿਗੁਰੂ ਨੂੰ ਯਾਦ ਕਰ, ਫਿਰ ਵੀ ਤੇਰੇ ਕੋਲ ਸਮਾਂ ਹੈ, ਫਿਰ ਵੀ ਤੂੰ ਉਹਦੀ ਇਬਾਦਤ ਕਰਨ ਵਾਸਤੇ ਇਹ ਸਮਾਂ ਤੇਰੇ ਕੋਲ ਬਚਿਆ ਹੈ, ਕਿਉਂਕਿ ਇਹ ਸਮੇਂ ਅਲੌਕਿਕ ਨੇ, ਕਦੇ ਵੀ ਇਹ ਖੇਡ ਬਣ ਜਾਂਦੀ ਹੈ। ਤਾਂ ਕਰਕੇ ਸਤਿਗੁਰੂ ਕਹਿਣ ਲੱਗੇ, ਉਹ ਵਾਹਿਗੁਰੂ ਦੀ ਹੁਕਮ ਰਜਾ, ਉਹਦੇ ਤੋਂ ਅਸੀਂ ਉਲਟ ਕਿਵੇਂ ਹੋ ਸਕਦੇ ਹਾਂ? ਉਹ ਸਦਾ ਹੀ ਸਾਡਾ ਭਲਾ ਕਰਦੇ। ਜਹ ਰਾਖੇ ਰਹਿ ਤੇ ਠੌਰੀ, ਜਿਵੇਂ ਉਹ ਰੱਖਦੇ ਨੇ, ਜਿਵੇਂ ਸਾਨੂੰ ਤੋਰਦੇ ਨੇ, ਉਧਰ ਅਸੀਂ ਜਾਂਦੇ ਹਾਂ। ਉਹਦੀ ਰਜਾ ਤੋਂ ਉਲਟ ਸਾਡੇ ਹਿੱਸੇ ਵਿੱਚ ਆਇਆ ਹੀ ਨਹੀਂ ਜਾਣਾ ਹੈ। ਅਸੀਂ ਸਦਾ ਹੀ ਉਹਦੇ ਹੁਕਮ ਵਿੱਚ ਬੱਝੇ ਹੋਏ ਹਾਂ। ਰਹਿਣ ਜਾਨ ਹਮਰ ਕਰ ਨਾਹੀਂ। ਇਹ ਮਾਤਾ ਜੀ, ਤੁਸੀਂ ਕੀ ਸੋਚਦੇ ਹੋ ਅਸੀਂ ਘਰ ਤਿਆਗਿਆ ਹੈ? ਨਹੀਂ, ਅਸੀਂ ਵਾਹਿਗੁਰੂ ਦੇ ਹੁਕਮ ਵਿੱਚ ਹਾਂ। ਜੇ ਉਹਨੇ ਹੁਕਮ ਕੀਤਾ ਅਸੀਂ ਘਰ ਚਲੇ ਜਾਵਾਂਗੇ, ਜੇ ਹੁਕਮ ਹੋਇਆ ਅਸੀਂ ਫਿਰ ਪ੍ਰਚਾਰ ਦੇ ਦੌਰ 'ਤੇ ਨਿਕਲ ਜਾਵਾਂਗੇ। ਉਹਦੇ ਹੁਕਮ ਵਿੱਚ ਹਾਂ ਅਸੀਂ। ਤੁਸੀਂ ਕੁਝ ਗਲਤ ਨਾ ਸੋਚੋ ਮੇਰੇ ਪ੍ਰਥਾਏ, ਕਿਧਰੇ ਇਹ ਨਾ ਸੋਚੋ ਮੈਂ ਦੁਖੀ ਹਾਂ। ਮੈਂ ਸਦਾ ਸੁਖੀ ਹਾਂ, ਪ੍ਰਭੂ ਦੇ ਨਾਮ ਵਿੱਚ ਰਤਿਆ ਹੋਇਆ ਹਾਂ, ਮੈਨੂੰ ਕੋਈ ਦੁੱਖ ਨਹੀਂ ਸਤਾ ਸਕਦਾ ਹੈ। ਇਸ ਵਾਸਤੇ ਜਿਸ ਦਿਨ ਏਕੋ ਬੋਲ ਨਾ ਆਵੇ, ਜਿਹੜੇ ਵਾਹਿਗੁਰੂ ਤੋਂ ਬਿਨਾਂ
एक बोल भी असीं बोल नहीं सकते हैं। सतगुਰਾਂ ਦਾ पावन बचन है, हम आपो बोल ना जानदा, मैं कहिया सब हुक्म आओ जियो। मैं अपना एक बोल भी नहीं जानदा हाँ, सारे बोल ओहदे है, ओहदे सारे बोल साडे मूँहों निकलते हैं। इस वास्ते ओहदे हुक्म तो बिना असीं बोल भी नहीं सकते हाँ। यह सतगुरु भगती का सूत्र बयान करते हैं। भगत हमेशा इहो कहता है, मैं कुछ भी नहीं कर सकता हाँ, मैं ना ਉਹਦੇ हुक्म तो बिना तुर सकता हाँ, ना कोई क्रिया कर सकता हाँ। है भी वास्तव ऐसा ही, जिसने जिवें धारिया उन्हें उस तरह सुख मिलिया। तो ਜਿਹੜੇ ਗਿਆਨੀ है, ਜਿਹੜੇ शास्त्रां के ज्ञाते है, वो कहते हैं कि सुभाव है मनुख का, सुभाव मुताबिक दुखी हुंदा, सुभाव मुताबिक सुखी हुंदा। पर दोनों ये ख्याल सही है, जिसनों जो चंगा लगता उन्होंने अपना ले। सतगुरु जी ने भगती का सूत्र सानू बख्शिया है, क्योंकि ये कोई दुख नहीं मनुख को। कुछ बुरा भी करे तो भी वाहिगुरू दा, चंगा भी करे तो भी वो हुक्म विच होया। इस वास्ते सतगुरु कह लगे वो हुक्म तो बिना असी बोल भी नहीं सकते। हित कर कालू कह सुरताता प्रेम नाल। बाबा कल्याण दास जी ने कहा है, ऐ पुत्र तुसू हुण घर चल, हुण होर गल्लां छड्ड दे, साडे कोल नहीं रहा जांदा। हुण बाप ने थोड़ा जिहा प्रेम विच आके कहा, जदों छोड़ अवाइयां कह करहन जो बातां। आ जिहड़ियां होशियां दीयां गल्लां ने, शुदाइयां वालियां गल्लां ने, ये छड्ड दिओ हुण तुसीं, क्योंकि बाप का सुभाव तो फिर बाप वर्गा ही है। बाप नूं ते फिर पुत्र ही नज़र आ रहा है, होर खड़े मनुखां नूं ते वाहिगुरू नज़र आ रहा है, पर बाप नूं ते पुत्र ही नज़र आ रहा हले भी। कहण लगे छड्ड गल्लां शुदाइयां वालियां गल्लां, चल हुण तूं घर नूं चल। बेक फकीरी तन ते त्यागो। ए जिहड़ा फकीरां वाला लिबास है हुण छड्ड दे। हुण सदन कृत मह मन अनुराग हो, अते घर विच जाके खेतीबाड़ी करो। किन्नी अपनी जमीन है सारी हुण तुसीं वाहिया करो, अते घर विच बैठ के प्रभु का भजन आनंद करिया करो। सुख निधान प्रभु नूं चेते करिया करो, सदा ही उहनूं याद करिया करो। घर के कामां विच भी रुचि लाउणा करो। जब के विछड़े मिल गए अबै। देखो कदों दे विछड़े सी तुसीं, अज 12 साल बाद आए हो तुसीं, हुण भी तुहाडे मन विच कोई साडे प्रति निराशता है। बाप नूं लगदा है खौरे उहनूं उदों झिड़किया सी, इहने गुस्सा रखिया है, पर ऐसी गल नहीं है। बाप हमेशा सोचते हुंदे है कि खौरे मैनूं कुछ उल्टा बोल दिता तां निराश है। ज़्यादातर बाप पुत्र के प्रति झुक जाते हैं कि नहीं किते निराश ही ना हो जाए, किते पक्का ही ना चले जाए घरों। बाप भी सोचते ने, हम बाबा कल्याण दास सोचते हैं तू हले भी गुस्सा रखिया उदों का, तैनूं असीं उदों झिड़किया सी, लगदा तू उदों का कौड़ा घुट भरिया नहीं, हले भी तेरे मन में गुस्सा है। जे गुस्सा है तो पुत्र दस दे, मैं तेरे को माफ़ी मंग लैंदा हाँ। हुण निराश ना हो, तू दस दे तैनूं की गल है। अब विछड़ के मिलना कब है। ए पुत्र सानूं हुण डर है कि जे हुण तुसीं विछड़ के साडे कोलों चले गए ना, मुड़ के साडे कोल मिलिया नहीं जाना है। बाद विच किवें मिलना होएगा, क्योंकि साडा शरीर दा हुण अंत आउण वाला होया है। जदों ये गल्लां कीतियां, मिलदा होए कि बहुरो नाही, मुड़ के की पता मिलांगे कि ना मिलांगे। बिरध भए बल नह तन माही। हुण साडा शरीर बिरध हो गया है, बुढ़ेपे विच आ गया है, बाद विच किवें मिलांगे। मिलदा बैस बतीत गई मन सारी। मेरी सारी उम्र लंघ गई है घर के कामां काजां विच। बाप हुण थोड़ा जिहा पश्चाताप करदे अपना, क्योंकि वेखो सारी उम्र लंघ गई है, पुत्र वास्ते सारा कुछ किया, तो हुण अंत वेला भी आ गया है। हुण सतगुरु जी ने देखा है कि बाप नूं ज्ञान देण दा हुण समा आ गया है। बाप ने कहा कि तेरे तो पहलां साडे वड्डे वडेरे भी चले गए, तो लोगों ने भी दसिया है, पिंड विच लोगों ने दसिया कि सतगुरु जीओ राय बुलार जिहड़ा तुहाडा प्रेमी सी ना, वो भी चढ़ाई कर गया है। फिर हरदयाल पंडित वो भी चढ़ाई कर गया। फिर कुतुबदीन जिहड़ा मौलाना सी वो भी चाले पा गया है। इहो जिहियां गल्लां लोगों ने दसियां ने। बाप ने कहा मेरा अंत वेला आ गया है, देखो फिर मैं किधर जावांगा। तो सतगुरु जी ने बाप का भरम मिटने वास्ते ना कहा, बाबा जी ए पिता जी निराश ना होवो,
ਤੁਸੀਂ ਧਿਆਨ ਲਾ ਕੇ ਕੁਝ ਸਮਾਂ ਬੈਠੋ। ਬਾਪ ਨੇ ਅੱਖਾਂ ਮੀਟੀਆਂ ਉਸ ਵੇਲੇ, ਕੀ ਦੇਖਿਆ ਹੈ? ਉਹਨਾਂ ਦੇ ਵੱਡੇ ਵਡੇਰੇ ਬਾਬਾ ਕ੍ਰਿਸ਼ਨ ਦਾਸ ਜੀ ਜਿਹੜੇ ਕਿ ਇਹਨਾਂ ਦੇ ਪਿਤਾ ਸੀ, ਸੋ ਉਹ ਦੇਖੇ ਹੈ, ਉਹ ਸੱਚਖੰਡ ਵਿੱਚ ਬੈਠੇ ਹੋਏ ਆ। ਹੋਰ ਦਾਦੇ ਪੜਦਾਦੇ ਸਭ ਸੱਚਖੰਡ ਵਿੱਚ ਬੈਠੇ ਦੇਖੇ ਹੈ। ਬਾਬਾ ਕਲਿਆਣ ਦਾਸ ਜੀ ਨੇ ਜਦੋਂ ਧਿਆਨ ਨਾਲ ਦੇਖਿਆ ਹੈ ਨਾ, ਸੁਰਤੀ ਦੀ ਸਮਾਧੀ ਦੁਆਰਾ, ਸੁਰਤੀ ਦੀ ਸਵਾਈ ਦੁਆਰਾ ਜਦੋਂ ਸੱਚਖੰਡ ਵਿੱਚ ਚਲੇ ਗਏ ਹੈ, ਕਿਉਂਕਿ ਸਾਰੀ ਸਾਧਨਾ ਧਿਆਨ ਦੀ ਹੈ। ਧਿਆਨ ਹੈ ਮਨੁੱਖ ਦਾ, ਤੇ ਮਨੁੱਖ ਪੀੜ ਮਹਿਸੂਸ ਕਰਦਾ ਹੈ। ਨਹੀਂ ਧਿਆਨ ਹੈ, ਸਰੀਰ 'ਤੇ ਫੱਟ ਮਾਰ ਲਓ, ਕੋਈ ਗੱਲ ਹੀ ਨਹੀਂ। ਇਸ ਵਾਸਤੇ ਧਿਆਨ ਦੁਆਰਾ ਜਦੋਂ ਉਹ ਸੱਚਖੰਡ ਦਾ ਨਜ਼ਾਰਾ ਦੇਖਿਆ ਹੈ, ਕਿਉਂਕਿ ਕੋਲ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੈ, ਜੋ ਸਾਰੇ ਆਨੰਦ ਨੂੰ ਦਰਸਾਉਣ ਵਾਲੇ ਹੈ। ਪੁੱਛਿਆ ਉਹਨਾਂ ਨੂੰ, ਇਹ ਪਿਤਾ ਜੀ, ਬਾਬਾ ਕਲਿਆਣ ਦਾਸ ਆਪ ਦੇ ਪਿਤਾ ਨੂੰ ਪੁੱਛਦੇ ਹੈ, ਕਹਿੰਦੇ ਇਹ ਪਿਤਾ ਜੀ ਤੁਸੀਂ ਇੱਥੇ ਕਿਵੇਂ ਆ ਗਏ? ਤੁਸੀਂ ਤਾਂ ਦੁਨਿਆਵੀ ਤੌਰ 'ਤੇ ਜਦੋਂ ਰਹਿੰਦੇ ਸੀ, ਉਸ 'ਤੇ ਤੁਸੀਂ ਕੋਈ ਚੰਗਾ ਕੰਮ ਨਹੀਂ ਸੀ ਕੀਤਾ, ਵੀ ਇੰਨਾ ਜ਼ਿਆਦਾ ਕੋਈ ਭਜਨ ਬੰਦਗੀ, ਇੰਨਾ ਕੁਝ ਸਾਧਨ ਨਹੀਂ ਸੀ ਕੀਤੇ, ਤੇ ਫਿਰ ਇਹੋ ਜਿਹਾ ਆਨੰਦ ਤੁਹਾਨੂੰ ਕਿਵੇਂ ਮਿਲਿਆ? ਉਹਨਾਂ ਦਾ ਫਿਰ ਬਚਨ ਸੁਣੋ। ਉਹਨਾਂ ਨੇ ਆਖਿਆ ਵੀ ਜਿੰਨਾ ਚਿਰ ਤਾਂ ਤੇਰੇ ਘਰ ਸਤਿਗੁਰੂ ਨਾਨਕ ਦੇਵ ਨਹੀਂ ਆਏ ਸਨ, ਅਸੀਂ ਭਟਕਦੇ ਸਾਂ। ਜਿਸ ਦਿਨ ਤੋਂ ਤੇਰੇ ਘਰ ਗੁਰੂ ਨਾਨਕ ਦੇਵ ਜੀ ਆਏ ਨੇ, ਉਸ ਦਿਨ ਤੋਂ ਸਾਡਾ ਨਿਵਾਸ ਇੱਥੇ ਹੋ ਗਿਆ ਹੈ। ਹੁਣ ਅਸੀਂ ਬੜੇ ਆਨੰਦ ਵਿੱਚ ਹਾਂ, ਸਦਾ ਹੀ ਆਨੰਦ ਵਿੱਚ ਪ੍ਰਭੂ ਦੇ ਗੁਣ ਗਾਉਂਦੇ ਹਾਂ ਅਤੇ ਸਦਾ ਆਨੰਦ ਵਿੱਚ ਰਹਿੰਦੇ ਹਾਂ। ਉਹ ਇਹੋ ਜਿਹਾ ਰੂਹਾਨੀ, ਉਹੋ ਜਿਹਾ ਰਮਣੀਕ ਜਗ੍ਹਾ ਦੇਖ ਕੇ ਨਾ ਬਾਬਾ ਕਲਿਆਣ ਦਾਸ ਦਾ ਮਨ ਪਰਚ ਗਿਆ। ਕਹਿਣ ਲੱਗੇ ਮੈਂ ਵੀ ਇੱਥੇ ਰਹਿਣਾ ਚਾਹੁੰਦਾ ਹਾਂ। ਅਤੇ ਸਤਿਗੁਰੂ ਜੀ ਨੇ ਫਿਰ ਉਹਨਾਂ ਨੂੰ ਸੁਰਤ ਵਿੱਚ ਲਿਆਂਦਾ ਹੈ, ਸਰੀਰ ਹਿਲਾਇਆ, ਅਤੇ ਬਾਬਾ ਕਲਿਆਣ ਦਾਸ ਜੀ ਨੇ ਸਤਿਗੁਰੂ ਨਾਨਕ ਦੇਵ ਜੀ ਨੂੰ ਕਿਹਾ ਵੀ ਇਹ ਸਤਿਗੁਰੂ ਜੀ ਕਿਰਪਾ ਕਰੋ ਮੇਰੇ 'ਤੇ ਵੀ। ਹੁਣ ਮੈਂ ਤਾਂ ਤੁਹਾਨੂੰ ਸਾਰੀ ਉਮਰ ਪੁੱਤਰ ਹੀ ਜਾਣਦਾ ਰਿਹਾ, ਤੁਸੀਂ ਤਾਂ ਮਹਾਂਪੁਰਖ ਹੋ, ਤੁਸੀਂ ਤਾਂ ਅਵਤਾਰੀ ਹੋ। ਹੁਣ ਗਿਆਨ ਹੋ ਗਿਆ ਹੈ, ਕਿਉਂਕਿ ਸਤਿਗੁਰੂ ਜਦੋਂ ਚਾਹੁਣ ਉਦੋਂ ਗਿਆਨ ਦੇ ਸਕਦੇ ਹੈ, ਪਰ ਸਤਿਗੁਰ ਦੀ ਰਮਜ ਹੈ। ਜਾਣ ਬੁੱਝ ਕੇ ਸਤਿਗੁਰੂ ਸਿੱਖ ਨੂੰ ਥੋੜ੍ਹਾ ਉਲਝਾਉਂਦੇ ਵੀ ਹੈ, ਪਰਖ ਕਰਦੇ ਕਿੰਨਾ ਕੁ ਸਹਾਰਦਾ ਹੈ, ਕਿੰਨਾ ਕੁ ਸਾਡੇ 'ਤੇ ਭਰੋਸਾ ਕਰਦਾ ਹੈ। ਜਦੋਂ ਸਤਿਗੁਰੂ ਨੂੰ ਚੰਗਾ ਲੱਗ ਗਿਆ ਕਿ ਇਹ ਤਾਂ ਸਦਾ ਹੀ ਝੁਕਿਆ ਹੈ, ਇਹ ਤਾਂ ਕੁਝ ਜਣਾਉਂਦਾ ਹੀ ਨਹੀਂ ਹੈ, ਉਦੋਂ ਸਤਿਗੁਰੂ ਕਿਰਪਾ ਕਰਕੇ ਸਾਰਾ ਆਨੰਦ ਬਖਸ਼ ਦਿੰਦੇ ਹੈ। ਅਤੇ ਫਿਰ ਬਾਬਾ ਕਲਿਆਣ ਦਾਸ ਜੀ ਕਹਿੰਦੇ ਮੈਂ ਹੁਣੇ ਜਾਣਾ ਹੈ। ਅਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਸੀ ਕਿ ਬਾਬਾ ਜੀ ਹਜੇ ਤੁਹਾਡਾ ਸਮਾਂ ਪਿਆ ਹੈ, 1 ਮਹੀਨਾ ਤੁਹਾਡੇ ਕੋਲ ਹੈ ਹਲੇ। ਪੁੱਤਰ ਮੈਂ ਕੀ ਕਰਾਂ ਫਿਰ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ ਸੀ ਮਾਰੂ ਰਾਗ ਦੇ ਵਿੱਚ, ਉਹ ਪਿਛਲ ਰਾਤੀ ਸੱਦੜਾ ਨਾਮ ਖਸਮ ਕਾ ਲੇਹ, ਕਿ ਅੰਮ੍ਰਿਤ ਵੇਲੇ ਉੱਠ ਕੇ ਹੁਣ ਤੁਸੀਂ ਰੋਜ਼ਾਨਾ ਨਾਮ ਜਪਿਆ ਕਰੋ। ਇਹ ਹੁਣ ਤੁਸੀਂ ਸਦਾ 1 ਮਹੀਨਾ ਲਗਾਤਾਰ ਕਰੋ, ਤੁਹਾਡੇ ਤਾਂ ਵੀ ਉਹ ਆਨੰਦ ਪ੍ਰਾਪਤ ਹੋਏਗਾ। ਕਿਉਂਕਿ ਅਸੀਂ ਵਾਹਿਗੁਰੂ ਦੀ ਵਿਧੀ ਵਿਧਾਨ ਨਹੀਂ ਤੋੜਨਾ ਹੈ, ਅਸੀਂ ਕਰਮ ਵੀ ਬਰਕਰਾਰ ਰੱਖਣਾ ਹੈ। ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜਾ ਸ਼ਬਦ ਬਖਸ਼ਣਗੇ ਉਹ ਆਪਾਂ ਅਗਲੇ ਦੀਵਾਨਾਂ ਵਿੱਚ ਸੁਣਾਂਗੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਦੀ ਖਿਮਾ। ਸੋ ਦਾਸ ਦੀ ਬੇਨਤੀ ਹੈ ਸਾਰੀ ਸੰਗਤ ਦੇ ਤਾਈਂ ਕਿ ਕੱਲ੍ਹ ਨੂੰ ਡੇਰਾ ਬਾਬਾ ਨਾਨਕ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਪਾਠਾਂ ਦੇ ਭੋਗ ਨੇ। ਕਿਉਂਕਿ ਆਪ ਜੀ ਨੂੰ ਪਤਾ ਹੋਵੇਗਾ ਕਿ ਜਿਹੜੀ ਨਵੀਂ ਇਮਾਰਤ ਬਣਾਈ ਸੀ, ਉਹ ਨਵੀਂ ਇਮਾਰਤ ਵਿੱਚ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੱਲ੍ਹ ਕੀਤਾ ਸੀ, ਅਤੇ ਕੱਲ੍ਹ ਤੋਂ ਹੀ ਉੱਥੇ ਅਖੰਡ ਪਾਠ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਾਰੰਭ ਹੋਏ ਸਨ। ਅਤੇ ਕੱਲ੍ਹ ਹੁਣ 23 ਤਰੀਕ ਨੂੰ ਭੋਗ ਹੈ। ਆਪ ਸਾਰੀ ਸੰਗਤ ਨੇ ਵੱਧ ਚੜ੍ਹ ਕੇ ਦਰਸ਼ਨ ਦਿਦਾਰੇ ਕਰਨੇ, ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ। ਸੋ ਆਪ ਜੀ ਦਾ ਧੰਨਵਾਦ ਹੈ, ਰੋਮ ਰੋਮ ਕਰਕੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਤਿਗੁਰਾਂ ਦੀਆਂ ਹਾਜ਼ਰੀਆਂ ਭਰੀਆਂ। ਆਓ ਕਿਹੜੀਆਂ ਪੰਕਤੀਆਂ ਪੜ੍ਹੀਏ, ਗੁਰ ਫਤਿਹ ਵਿੱਚ ਸਾਂਝ ਪਾਈਏ। ਬੈਸ ਬਤੀਤ ਗਈ ਮਨ ਸਾਰੀ, ਜਰਾ ਗਰਾਸ ਲੀਏ ਦੇਹ ਹਮਾਰੀ। ਅੰਤ ਸਮਾਂ ਅਬ ਭਇਓ ਸਮੀਪਾ, ਸੁਨ ਬੋਲੇ ਬੇਦੀ ਕੁਲ ਦੀਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।